वाहिगुरु जी का खालसा वाहिगुरु जी की फतेह। जुगो जुग अटल चवर छत्र तख्तां दे मालक दो जहान वाली ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੜੇ ਹੀ ਸਤਿਕਾਰ ਸਹਿਤ ਸੰਧਿਆ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਭਾਗਾਂ ਭਰਿਆ ਸਮਾਂ ਪ੍ਰਾਪਤ ਹੋਇਆ। ਗੁਰੂ ਮਹਿਮਾ ਨਾਲ ਜੁੜ ਕੇ ਸਫਲਾ ਬਣਾਈਏ। ਗੁਰ ਇਤਿਹਾਸ ਦੇ ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀਆਂ ਦੇ ਤਾਈਂ ਸਵਾਲ ਕੀਤਾ, ਪਾਤਸ਼ਾਹ ਕਿਰਪਾ ਕਰਕੇ ਮੈਨੂੰ 17 ਰਾਜਿਆਂ ਦੇ ਨਾਮ ਦੱਸੋ। ਸਭ ਜਗ੍ਹਾ ਆਪਾਂ ਕਿਉਂ ਨਹੀਂ ਜਾ ਰਹੇ? ਉਹਨਾਂ ਰਾਜਿਆਂ ਦੇ ਨਾਮ ਗੁਰੂ ਪਾਤਸ਼ਾਹ ਜੀ ਨੇ ਸੁਣਾਏ ਤੇ ਕਾਰਨ ਦੱਸਿਆ ਵੀ ਰੱਬ ਦੇ ਪਿਆਰੇ ਸੰਤ ਭਗਤ ਇਹਨਾਂ ਆਪੇ ਹੀ ਪਰਮਾਤਮਾ ਦੇ ਨਾਮ ਦਾ ਛਿੱਟਾ ਦੇਣਾ ਏ। ਚੱਲ ਮਰਦਾਨਿਆਂ ਤੈਨੂੰ ਸਮੇਰ ਪਰਬਤ ਵਿਖਾ ਕੇ ਲੈ ਆਈਏ। ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ ਮੇਰਾ ਚਿੱਤ ਕਰਦਾ ਮੈਂ ਕਦੇ ਮੱਕਾ ਨਹੀਂ ਵੇਖਿਆ। ਜੇ ਆਪ ਕਿਰਪਾ ਕਰੋ ਤੇ ਮੈਂ ਵੇਖ ਸਕਦਾ ਹਾਂ, ਵਰਨਾ ਮੈਂ ਇੰਨੇ ਜੋਗਾ ਨਹੀਂ। ਸਾਲਾਂ ਬੱਧੀ ਸਫ਼ਰ ਤੈਅ ਕਰਕੇ ਕਿਤੇ ਮੱਕੇ ਦੀ ਯਾਰਤ ਕਰ ਆਵਾਂ। ਗੁਰੂ ਨਾਨਕ ਸਾਹਿਬ ਜੀਆਂ ਨੇ ਭਾਈ ਮਰਦਾਨਾ ਜੀ ਦੇ ਬਚਨਾਂ ਨੂੰ ਸੁਣਿਆ, ਸੁਣ ਕੇ ਮੰਨਿਆ। ਕਹਿੰਦੇ ਚੱਲ ਮਰਦਾਨਿਆ ਤੇਰੀ ਭਾਵਨਾ ਪੂਰੀ ਕਰੀਏ। ਇੱਥੋਂ ਤੱਕ ਆਪ ਜੀਆਂ ਨੇ ਪਾਵਨ ਪ੍ਰਸੰਗਾਂ ਦਾ ਆਨੰਦ ਮਾਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਰਬ ਭਾਂਤ ਸਮਰਥ ਸੁਜਾਨਾ, ਪੂਰਨ ਇੱਛਾ ਕਰੋ ਮਹਾਨਾ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਟਾਪੂਆਂ ਦੇ ਲੋਕਾਂ ਦਾ ਉਧਾਰ ਕਰਦੇ ਹੋਏ ਪੰਜਾਬ ਦੇਸ਼ ਦੀ ਤਰਫ ਵਧ ਰਹੇ ਨੇ। ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦੇ ਸਨਮੁਖ ਆਪਣੇ ਦਿਲ ਦੀ ਇੱਛਾ ਜ਼ਾਹਰ ਕੀਤੀ ਆ, ਪਾਤਸ਼ਾਹ ਮੈਂ ਜਾਤ ਦਾ ਮੁਸਲਮਾਨ ਹਾਂ, ਕਦੇ ਮੱਕਾ ਵੇਖਿਆ ਨਹੀਂ। ਤੁਹਾਡੇ ਤੋਂ ਬਗੈਰ ਮੈਨੂੰ ਕੋਈ ਮੱਕੇ ਦੇ ਦੀਦਾਰ ਵੀ ਨਹੀਂ ਕਰਾ ਸਕਦਾ। ਆਪ ਜੀ ਦੇ ਵਾਸਤੇ ਉਹ ਦੂਰ ਨਹੀਂ, ਪਲਾਂ ਦੀ ਖੇਡ ਹੈ। ਸ਼੍ਰੀ ਪ੍ਰਭ ਜੀ ਜੇ ਠਾਂ ਤੁਮ ਚਾਹੋ, ਬਿਨਾ ਬਿਲਮ ਛਿਨ ਮੇ ਤਹ ਜਾਹੋ। ਗੁਰੂ ਬਾਬਾ ਜੀ ਆਖਣ ਲੱਗੇ, ਮਰਦਾਨਿਆ ਮੱਕਾ ਦੂਰ ਬਹੁਤ ਹੈ, ਅਰਬ 'ਚ ਪੈਂਦਾ ਏ। ਉੱਥੇ ਜਾਣ ਵਾਸਤੇ ਤਕਰੀਬਨ 1-1.5 ਸਾਲ ਲੱਗਦਾ ਏ ਪਾਣੀ ਦੇ ਜਹਾਜ਼ਾਂ ਤੇ। ਪਰ ਭਾਈ ਮਰਦਾਨਾ ਜਿੱਦ ਕਰਕੇ ਆਖਣ ਲੱਗੇ, ਬਾਬਾ ਜਹਾਜ਼ ਤੁਹਾਡੇ ਲਈ ਨਹੀਂ, ਆਪ ਜੀ ਦੇ ਲਈ ਤੇ ਇੱਕ ਅੱਖ ਦਾ ਫੋਰ, ਅੱਖ ਦਾ ਫਰਕਾ ਹੀ ਕਾਫੀ ਹੈ। ਜੇ ਤੁਸੀਂ ਚਾਹੋ 1 ਸੈਕਿੰਡ ਦੇ ਵਿੱਚ ਉੱਥੇ ਲੈ ਕੇ ਜਾ ਸਕਦੇ।
ਮੱਕੇ ਨੂੰ ਇਸ ਧਰਤੀ ਤੇ ਲੈ ਕੇ ਆ ਸਕਦੇ ਹੋ, ਆਪ ਕਰਨ ਕਾਰਨ ਸਮਰੱਥ ਹੋ। ਸੁਣ ਕਰ ਬੋਲੇ ਸ੍ਰੀ ਗੁਰ ਪੂਰੇ, ਹਮ ਤੇ ਰਹਿਓ ਅਦਕ ਸੋ ਦੂਰੇ। ਮੁਸਕਰਾ ਕੇ ਸਤਿਗੁਰ ਕਹਿੰਦੇ ਮਰਦਾਨਿਆ ਸਾਡੇ ਤੋਂ ਦੂਰ ਬੜਾ ਇਹ ਕੋਸ਼ਿਸ਼ ਕਰਾਂਗੇ ਜਹਾਜ਼ਾਂ ਤੇ ਜਾਣ ਦੀ, ਜੋ ਪਹਿਲਾ ਮਾਰਗ ਹੈ। ਕਿਉਂਕਿ ਮੱਕੇ ਦੀ ਯਾਰਤ ਵਾਸਤੇ ਸੈਂਕੜੇ ਹਾਜੀ ਲੋਕ ਚੱਲਦੇ ਸੀ ਹੱਜ ਕਰਨ ਲਈ। ਮੁਸਲਮਾਨ ਵੀਰ ਜੋ 5 ਨਮਾਜ਼ਾਂ ਦੇ ਪੱਕੇ ਨੇ, ਆਪਣੇ ਧਰਮ ਵਿੱਚ ਕੱਟੜ ਨੇ, ਸ਼ਰ੍ਹਾ 'ਚ ਰਹਿਣ ਵਾਲੇ ਆ, ਕੇਵਲ ਅਸੂਲ ਹੈ ਅੱਜ ਵੀ ਤੇ ਉਦੋਂ ਵੀ। ਮੱਕੇ ਵਿੱਚ ਇਸਲਾਮਕ ਲੋਕ ਜਾਂਦੇ ਨੇ ਅੱਜ ਵੀ 60 ਕਿਲੋਮੀਟਰ ਤੱਕ, ਗੈਰ ਮੁਸਲਿਮ ਫਟਕ ਨਹੀਂ ਸਕਦਾ। ਜਾਣਾ ਤੇ ਬੜੀ ਦੂਰ ਦੀ ਗੱਲ ਹੈ, ਅੰਦਰ ਕੌਣ ਜਾ ਕੇ ਆਵੇ? ਹਾਂ, ਕੋਈ ਕਨਵਰਜਨ ਤੋਂ ਬਾਅਦ ਮੁਸਲਮਾਨ ਬਣੇ, ਪੱਕਾ ਹੋਵੇ, ਕੱਟੜ ਬਣ ਜੇ ਤੇ ਮੱਕੇ ਦੀ ਯਾਰਤ ਕਰ ਸਕਦਾ ਹੈ। ਵਰਨਾ ਕੋਈ ਸਿੱਖ, ਈਸਾਈ, ਹਿੰਦੂ ਨਾ ਮੱਕੇ ਵਿੱਚ ਪੈਰ ਰੱਖ ਸਕਦਾ ਤੇ ਨਾ ਕੋਈ ਜਾ ਸਕਦਾ। 60 ਕਿਲੋਮੀਟਰ ਦੀ ਬਾਉਂਡਰੀ ਵਿੱਚ ਵੀ ਪ੍ਰਵੇਸ਼ ਨਹੀਂ ਹੁੰਦਾ। ਇੰਨੀ ਪਵਿੱਤਰਤਾ ਹੈ, ਇੰਨੀ ਕੱਟੜਤਾ ਹੈ। ਮੱਕੇ ਉੱਪਰ ਦੀ 60 ਕਿਲੋਮੀਟਰ ਦੇ ਦਾਇਰੇ 에ਅਰ ਸਪੇਸ ਦੇ ਵਿੱਚ ਅੱਜ ਵੀ ਗਾਵਾਂ ਦਾ ਮਾਸ ਨਹੀਂ ਜਾਂਦਾ, ਗੋਸ਼ਤ ਨਹੀਂ ਜਾਂਦਾ। ਇਹ ਉੱਥੋਂ ਦੀ ਮਰਿਆਦਾ ਹੈ, ਉੱਥੋਂ ਦੀਆਂ ਕੰਟਰੀਆਂ ਦੇ ਧਾਰਮਿਕ ਅਸੂਲ ਹਨ, ਅਕੀਦੇ ਹਨ। ਤੇ ਸਾਡਾ ਪੰਜਾਬ ਬੇਸ਼ੱਕ ਨਾਮ ਰੱਖ ਲਓ ਅੰਮ੍ਰਿਤਸਰ ਸਾਹਿਬ, ਕਿੱਡਾ ਪਵਿੱਤਰ ਸਥਾਨ ਹੈ, ਉਹਨੂੰ ਭਾਵੇਂ ਪਵਿੱਤਰ ਸਿਟੀ ਦਾ ਨਾਂ ਦੇ ਦਿਓ ਪਰ ਤੰਬਾਕੂ ਨਹੀਂ ਜਾਂਦਾ। ਸਨਾਤਨ ਮਤ ਦੇ ਧਾਰਮਿਕ ਥਾਵਾਂ ਤੇ ਜਾਇਓ, ਵਾਰਾਣਸੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਹੈ, ਬਨਾਰਸ ਨੂੰ, ਉੱਥੇ ਵੇਖ ਕੇ ਲੱਗਦਾ ਵੀ ਦੁਨੀਆ ਦਾ ਨਰਕ ਹੀ ਇੱਥੇ ਹੈ। ਸਾਡੇ ਲੋਕਾਂ ਦੇ ਵਿੱਚ ਧਰਮ ਸਿਰਫ ਇੱਕ ਮਜ਼ਾਕ ਤੇ ਟਾਈਮ ਪਾਸ ਹੈ, ਸ਼ਰਧਾ ਤੇ ਆਸਥਾ ਨਾਮ ਦੀ ਚੀਜ਼ ਕੋਈ ਨਹੀਂ। ਪਰ ਇਸਲਾਮ ਆਪਣੇ ਧਰਮ ਲਈ, ਧਰਮ ਦੀਆਂ ਰਾਹ ਰੀਤਾਂ ਲਈ ਕੱਟੜ ਸੀ, ਕੱਟੜ ਹੈ। ਉਹ ਇਸਲਾਮ ਤੋਂ ਬਗੈਰ ਕਿਸੇ ਹੋਰ ਨੂੰ ਮੰਨਦੇ ਹੀ ਨਹੀਂ ਵੀ ਧਰਤੀ ਤੇ ਹੈ ਕੋਈ। ਬੇਸ਼ੱਕ ਕੱਟੜਤਾ ਹੈ ਪਰ ਪਰਪੱਕਤਾ ਕਿੱਡੀ ਵੱਡੀ ਉਹਨਾਂ ਦੇ ਵਿੱਚ। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਮਰਦਾਨਿਆ ਤੂੰ ਇਕੱਲਾ ਜਾ ਸਕਦਾ ਹੈ, ਭਾਈ ਬਾਲਾ ਅਸੀਂ ਨਹੀਂ ਜਾ ਸਕਦੇ, ਜਾਣ ਕੇ ਕਹਿ ਰਹੇ ਆ। ਪਰ ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਤੁਸੀਂ ਚਾਹੋ ਕੀ ਨਹੀਂ ਹੋ ਸਕਦਾ। ਕਿਤੇ ਬਰਖ ਮਾਰਗ ਕੀ ਮਾਹੀ, ਚਲਤ ਬਤੀਤੈ ਪਹੁੰਚੇ ਤਾਹੀ। ਭਾਈ ਬਾਲਾ ਜੀ ਆਖਣ ਲੱਗੇ ਮਰਦਾਨਿਆ ਤੇਰੇ ਤੋਂ ਬਗੈਰ ਅਸੀਂ ਅੰਦਰ ਨਹੀਂ ਜਾ ਸਕਦੇ। ਦੂਜੀ ਗੱਲ, ਕਈ ਸਾਲਾਂ ਦਾ ਸਫ਼ਰ ਹੈ, ਪਾਣੀ ਦੇ ਜਹਾਜ਼ ਭਰ ਭਰ ਕੇ ਬੰਦਰਗਾਹਾਂ ਤੋਂ ਜਾਂਦੇ ਸੀ। ਚੜਾਇਆ ਉਹਨੂੰ ਜਾਂਦਾ ਹੈ ਜਿਹਨੂੰ 5 ਨਮਾਜ਼ਾਂ ਤੇ ਕੁਰਾਨ ਦੀਆਂ ਕੁਝ ਆਇਤਾਂ ਜਾਂ ਆਇਤਲ ਕੁਰਸੀ ਯਾਦ ਹੈ। ਹੁਣ ਜਿਹਨੂੰ ਆਇਤਾਂ ਯਾਦ ਨੇ, ਜੋ ਕੁਰਾਨ ਪੜ੍ਹਿਆ ਹੋਇਆ ਹੈ, ਜਿਹਨੇ ਆਇਤਲ ਕੁਰਸੀ ਸੁਣਾਉਣੀ ਹੈ, ਉਹ ਹੀ ਉਸ ਜਹਾਜ਼ ਤੇ ਚੜ੍ਹ ਸਕਦਾ ਹੈ। ਭਾਈ ਬਾਲਾ ਜੀ ਕਹਿੰਦੇ ਮਰਦਾਨਿਆ ਜਿੱਦ ਨਾ ਕਰਿਆ ਕਰ, ਕਦੇ ਸਮਾਂ ਲੱਗਿਆ ਉਸ ਪਾਸੇ ਜਾਵਾਂਗੇ, ਜ਼ਰੂਰ ਦਰਸ਼ਨ ਦੀਦਾਰ ਕਰਾਂਗੇ। ਹੁਣ ਕਰ ਮਰਦਾਨੇ ਕਰ ਬੰਦੇ, ਕਹਿਣ ਲੱਗਿਓ ਏ ਪ੍ਰਭੂ ਮਕੰਦੇ। ਜਦੋਂ ਭਾਈ ਬਾਲਾ ਜੀ ਦੇ ਬਚਨਾਂ ਨੂੰ ਸੁਣਿਆ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਤਰਲਾ ਹੀ ਹੈ, ਮਿੰਨਤ ਹੈ, ਜ਼ੋਰ ਕੋਈ ਨਹੀਂ ਆਪ ਜੀਆਂ ਤੇ। ਤੁਹਾਡੇ ਤੋਂ ਬਗੈਰ ਮੈਨੂੰ ਕੋਈ ਮੱਕਾ ਵਿਖਾ ਨਹੀਂ ਸਕਦਾ। ਕਿ ਭਾਈ ਮਰਦਾਨਾ ਜੀ ਨੇ ਮੱਕੇ ਮੱਥਾ ਟੇਕਣ ਜਾਣਾ? ਨਹੀਂ, ਵੇਖਣ ਜਾਣਾ ਹੈ ਕੀ ਹੈ। ਸੱਚੀ ਉਹ ਇਨਸਾਨ ਬੜਾ ਮਹਾਨ ਹੁੰਦਾ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਹਰ ਧਰਮ ਦੀ ਰਾਹ ਰੀਤ ਮਰਿਆਦਾ ਤੋਂ ਜਾਣੂ ਹੋਵੇ। ਤੁਸੀਂ ਆਪਣੇ ਧਰਮ ਦਾ ਰੌਲਾ ਪਾਈ ਚੱਲੋ ਜੀ, ਗੁਰੂ ਨਾਨਕ ਦਾ ਪੰਥ ਬਹੁਤ ਵੱਡਾ ਹੈ, ਸਾਡਾ ਧਰਮ ਬਹੁਤ ਵੱਡਾ ਹੈ, ਆਪਣੀਆਂ ਵਡਿਆਈਆਂ ਦੀ ਗੱਲ ਕਰੀ ਚੱਲੋ, ਪਰ ਦੂਜੇ ਬਾਰੇ ਤੁਹਾਨੂੰ ਨੌਲੇਜ ਨਾ ਹੋਵੇ ਤੇ ਦੂਜੇ ਤੀਜੇ ਧਰਮ ਬਾਰੇ ਤੁਹਾਨੂੰ ਕੱਖ ਨਹੀਂ ਪਤਾ, ਕੀ ਕਰੇਗਾ ਤੁਹਾਡਾ ਵਡੱਪਨ। ਇਸੇ ਕਰਕੇ ਸੰਤ ਮਹਾਂਪੁਰਖ, ਬੰਦਗੀ ਵਾਲੀਆਂ ਰੂਹਾਂ, ਭਗਤ ਜਨ ਕਹਿੰਦੇ ਸੀ ਸਾਰੇ ਧਰਮਾਂ ਨੂੰ ਪੜ੍ਹੋ। ਗੁਰੂ ਕਲਗੀਧਰ ਪਾਤਸ਼ਾਹ ਨੇ ਧਾਰਮਿਕ ਗ੍ਰੰਥਾਂ ਦੇ ਉਲੱਥੇ ਇਸੇ ਕਰਕੇ ਕੀਤੇ। ਸਿੱਖਾ ਗੀਤਾ ਵੀ ਪੜ੍ਹ ਲਈ, ਰਮਾਇਣ ਵੀ ਪੜ੍ਹ ਲਈ, ਪੜ੍ਹ ਕੇ ਵੇਖੀ ਇਹਨਾਂ ਧਾਰਮਿਕ ਗ੍ਰੰਥਾਂ ਦੀ ਸੋਚ ਕੀ ਹੈ। ਕੁਰਾਨ ਵੀ ਪੜ੍ਹੀ ਜੇ ਹੋ ਸਕੇ,
ਬਾਈਬਲ ਵੀ ਪੜ੍ਹੀ, ਉਹ ਤੋਂ ਬਾਅਦ ਆ ਕੇ ਵੇਖੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕੀ ਕਹਿੰਦੀ ਹੈ। ਕੀ ਕੋਈ ਧਾਰਮਿਕ ਗ੍ਰੰਥ ਛੋਟਾ ਜਾਂ ਮਾੜਾ ਹੈ? ਨਹੀਂ, ਸਾਰੇ ਚੰਗੇ ਨੇ। ਕੋਈ ਗ੍ਰੰਥ ਮਾੜਾ ਨਹੀਂ ਹੈ, ਕੋਈ ਸ਼ਾਸਤਰ ਮਾੜਾ ਨਹੀਂ ਹੈ, ਪਰ ਸਭ ਦੇ ਆਪਣੇ ਆਪਣੇ ਰਸਤੇ ਨੇ। ਜਦੋਂ ਸਾਰਿਆਂ ਨੂੰ ਪੜ੍ਹੋਗੇ ਸਮਝ ਫੇਰ ਆਏਗੀ ਗੁਰਬਾਣੀ ਵੱਡੀ ਕਿਵੇਂ ਹੈ, ਗੁਰੂ ਨਾਨਕ ਪਾਤਸ਼ਾਹ ਦਾ ਜਸ ਵੱਡਾ ਕਿਵੇਂ ਹੈ, ਸਿੱਖ ਕੌਮ ਮਹਾਨ ਕਿਵੇਂ ਹੈ। ਅੱਜ ਸਾਡੇ ਚੋਂ ਕਿਸੇ ਨੂੰ ਪੁੱਛੋ ਮਹਾਨ ਕਿਵੇਂ ਹੈ, ਕਹਿੰਦੇ ਜੀ ਨੀਲੇ ਚੋਲੇ ਪਾਏ ਹੁੰਦੇ ਬੜੇ ਸੋਹਣੇ ਲੱਗਦੇ ਆ, ਸ੍ਰੀ ਸਾਹਿਬਾਂ ਪਾਈਆਂ ਜੀ, ਇਹ ਬਾਹਰ ਦੀਆਂ ਚੀਜ਼ਾਂ ਨਹੀਂ ਖਾਂਦੇ ਜੀ। ਕੀ ਇਹ ਸਾਡੀ ਵਿਲੱਖਣਤਾ ਹੈ? ਇਹ ਤੇ ਬੜਿਆਂ ਧਰਮਾਂ 'ਚ ਮਿਲ ਜੂ ਤੁਹਾਨੂੰ। ਜੈਨੀਆਂ ਕੋਲ ਜਾ ਕੇ ਵੇਖੋ, ਪੁਣ ਪੁਣ ਪਾਣੀ ਪੀਂਦੇ ਆ, ਪੁਣ ਪੁਣ ਕੇ ਸਾਹ ਲੈਂਦੇ ਆ। ਅਸੀਂ ਤੇ ਮਾਸਕ 2 ਸਾਲਾਂ ਤੋਂ ਲਾਏ ਆ ਨਾ। ਜੈਨ ਧਰਮ ਦੇ ਲੋਕਾਂ ਨੇ ਜਦੋਂ ਦਾ ਧਰਮ ਚੱਲਿਆ ਹਰ ਵੇਲੇ ਮੂੰਹ ਤੇ ਪੱਟੀ ਰਹਿੰਦੀ ਹੈ। ਗੁਰੂ ਸਾਹਿਬ ਨੇ ਵੀ ਉਹਨਾਂ ਦਾ ਬਚਨ ਬਾਣੀ 'ਚ ਲਿਖਿਆ ਹੋਇਆ, ਉਹਨਾਂ ਦੇ ਪ੍ਰਥਾਏ ਲਿਖਿਆ ਹੋਇਆ ਹੈ। ਫੂਲ ਫਦੀਹਤ ਮੋਹਿ ਲੈਣ ਪੜਾਸਾ ਪਾਣੀ ਦੇਖ ਸੰਗਾਹੀ, ਜੈਨੀਆਂ ਦੇ ਪ੍ਰਥਾਏ ਬਚਨ ਲਿਖਿਆ। ਪਰ ਉੱਤਮ ਕਿਉਂ ਹੈ? ਮਨੁੱਖਾ ਜਨਮ ਉੱਤਮ ਹੈ, ਸਿੱਖ ਪੰਥ ਸਿੱਖ ਧਰਮ ਉੱਤਮ ਹੈ, ਧੁਰ ਕੀ ਬਾਣੀ ਸਰਬ ਸ੍ਰੇਸ਼ਟ ਹੈ। ਇਹ ਸਵਾਦ ਹੀ ਉਦੋਂ ਆਉਣਾ ਹੈ, ਆਨੰਦ ਹੀ ਉਦੋਂ ਆਉਣਾ ਹੈ ਜਦੋਂ ਸਾਰੇ ਧਰਮਾਂ ਦੀ ਸਟੱਡੀ ਕਰੋਗੇ। ਫਿਰ ਪਤਾ ਲੱਗਣਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ। ਕੱਲਾ ਸਿੱਖ ਧਰਮ ਨੂੰ ਸੁਣਿਆ ਗੱਲ ਨਹੀਂ ਬਣਦੀ, ਬਾਕੀ ਦੀ ਵੀ ਨੌਲੇਜ ਹੋਣੀ ਚਾਹੀਦੀ। ਹੁਣ ਇਸਲਾਮ ਇੱਕ ਕੱਟੜ ਮਜ਼ਹਬ ਹੈ ਜੋ ਅੱਲਾਹ ਤਾਲਾ ਤੋਂ ਬਗੈਰ ਦੂਜੇ ਤੀਜੇ ਦੀ ਤੇ ਔਕਾਤ ਹੀ ਨਹੀਂ ਮੰਨਦਾ। ਤੇ ਗੱਲ ਕਿੱਡੀ ਚੰਗੀ ਹੈ। ਕਿਸੇ ਮੁਸਲਮਾਨ ਕੋਲ ਜਾਓ, ਭਾਵੇਂ ਉਹ ਗਰੀਬ ਦਿਹਾੜੀ ਕਰਦਾ ਹੈ, ਭਾਵੇਂ ਵੱਡੀ ਸ਼ੌਕ ਹੋਵੇ, 5 ਨਮਾਜ਼ਾਂ ਦਾ ਪੱਕਾ ਹੋਏਗਾ। ਸਾਡੇ ਵਾਲੇ ਸਿੱਖਾਂ ਨੂੰ ਪੁੱਛੋ, ਕਹਿੰਦੇ ਕੋਈ ਗੱਲ ਨਹੀਂ, ਰਹਿ ਰਸ ਦਾ ਕੀ ਹੈ, 10 ਵਜੇ ਕਰ ਲਾਂਗੇ, ਨਾ ਵੀ ਹੋਊ ਸਰ ਜੂ। ਨਿਤਨੇਮ ਦਾ ਕੀ ਹੈ, ਅੱਜ ਨਹੀਂ ਕੱਲ ਇਕੱਠਾ ਕਰ ਲਾਂਗੇ। ਪਰ ਕਦੇ ਕਿਸੇ ਮੁਸਲਮਾਨ ਤੋਂ ਸੁਣਿਆ ਵੀ ਅੱਜ ਐਸ ਵੇਲੇ ਦੀ ਨਮਾਜ਼ ਕੱਲ ਅਦਾ ਕਰ ਲਾਂਗੇ? ਨਹੀਂ, ਸਾਰੇ ਕੰਮ ਧੰਦੇ ਛੱਡੋ, ਨਮਾਜ਼ ਪੜ੍ਹਦੇ ਆ। ਹਰ ਧਰਮ ਦੇ ਵਿੱਚ ਇਹ ਹੋਣਾ ਚਾਹੀਦਾ, ਪ੍ਰਪੱਕਤਾ ਹੋਣੀ ਚਾਹੀਦੀ ਹੈ। ਤੁਸੀਂ ਹਿੰਦੂ ਹੋ, ਆਪਣੇ ਧਰਮ ਨੂੰ ਫੋਲੋ ਕਰੋ। ਮੁਸਲਮਾਨ ਹੋ, 5 ਨਮਾਜ਼ੀ ਪੱਕੇ ਹੋ। ਸਿੱਖ ਹੋ, ਆਪਣੇ ਧਰਮ ਨੂੰ ਨੇੜੇ ਤੋਂ ਪੜ੍ਹੋ, ਵਿਚਾਰੋ ਤੇ ਜਾਣੋ। ਭਾਈ ਮਰਦਾਨਾ ਕਹਿੰਦੇ ਮਹਾਰਾਜ ਤੁਸੀਂ ਸਭ ਕੁਝ ਜਾਣਦੇ ਹੋ, ਨਾ ਮੈਨੂੰ ਮੱਕੇ ਦਾ ਰਾਹ ਪਤਾ, ਨਾ ਮੈਂ ਕਦੇ ਗਿਆ, ਨਾ ਕਦੇ ਮੱਕੇ ਗਿਆ ਨੂੰ ਮੈਂ ਮਿਲਿਆ। ਹੱਜ ਕਰਨਾ ਮੱਕੇ ਦਾ ਇਹ ਕਿਸੇ ਵਿਰਲੇ ਦੇ ਹਿੱਸੇ ਅੱਜ ਵੀ ਆਉਂਦਾ ਹੈ, ਉਦੋਂ ਵੀ ਵਿਰਲੇ ਦੇ ਆਉਂਦਾ ਸੀ। ਹੱਜ ਕਿਹਨੂੰ ਕਹਿੰਦੇ ਆ? ਹੱਜ ਦਾ ਅਰਥ ਹੈ ਅਰਬੀ ਵਿੱਚ ਯਾਤਰਾ। ਤੇ ਜਿਹੜਾ ਹੱਜ ਕਰਦਾ ਹੈ, ਯਾਤਰਾ ਕਰਦਾ ਹੈ, ਉਹਨੂੰ ਕਹਿੰਦੇ ਯਾਤਰੀ ਹਾਜੀ। ਗੁਰੂ ਸਾਹਿਬ ਨੇ ਮੁਲਤਾਨ ਦੀ ਧਰਤੀ ਤੇ ਸ਼ਬਦ ਉਚਾਰਨ ਕਰਨੇ ਨੇ, ਪਰ ਇੱਥੇ ਬਹੁਤ ਸੰਖੇਪ ਚੱਲਾਂਗੇ ਆਪਾਂ। ਇੱਥੇ ਮੁਲਤਾਨ ਦੀ ਕਥਾ, ਕਈ ਪ੍ਰਸੰਗ ਕਵੀ ਭਾਈ ਸੰਤੋਖ ਸਿੰਘ ਜੀ ਨੇ ਸਕਿਪ ਕੀਤੇ ਆ। ਤਵਾਰੀਖ ਗੁਰੂ ਖਾਲਸਾ ਵਿੱਚ ਉਹ ਸਾਰਾ ਕੁਝ ਲਿਖਿਆ ਹੈ, ਕਿਵੇਂ ਕਿਵੇਂ ਮਰਜ ਉੱਤੇ ਜਾਣਗੇ, ਕੀ ਕੀ ਕੁਝ ਹੋਣਾ ਹੈ, ਕੀ ਕੀ ਬਚਨ ਬਲਾਸ ਹੋਣਗੇ। ਹੁਣ ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਮਰਦਾਨਿਆ ਵੇਖ ਲੈ, ਜਾਂ ਅੱਜ ਜਾਇਆ ਜਾਂ ਫੇਰ ਜਾਇਆ। ਕਹਿੰਦੇ ਬਾਬਾ ਤਰਲਾ ਹੀ ਆ, ਜ਼ਿੰਦਗੀ 'ਚ ਕਦੇ ਕੁਝ ਮੰਗਿਆ ਨਹੀਂ, ਮੈਨੂੰ ਜ਼ਰੂਰ ਲੈ ਕੇ ਚੱਲੋ। ਕਿਤੇ ਬਰਖ ਕੋ ਗੈਲ ਬਤਾਵੋ, ਤੈ ਤੁਮ ਨਿਮਖ ਬਿਖੇ ਚੱਲ ਜਾਵੋ। ਇੱਥੋਂ ਸਾਹਿਬ ਚੱਲੇ ਨੇ, ਜਾ ਕਿੱਧਰ ਰਹੇ ਆ? ਪੱਛਮ ਵਾਲੇ ਪਾਸੇ, ਜਿਹਨੂੰ ਚੜ੍ਹਦਾ ਪੰਜਾਬ ਕਹਿੰਦੇ ਅੱਜ ਦੇ ਸਮੇਂ, ਇਸ ਪਾਸੇ ਜਾਣਾ। ਕਿਉਂਕਿ ਦੂਜੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਸਾਹਿਬ ਮਹਾਰਾਜ ਵਿਚਰ ਰਹੇ ਆ। ਜਦੋਂ ਭਾਈ ਮਰਦਾਨਾ ਜੀ ਨੇ ਜਿੱਦ ਕੀਤੀ, ਸਾਹਿਬ ਜਾਣਾ ਚਾਹੁੰਦੇ ਸੀ ਸੁਮੇਰ ਪਰਬਤ ਤੇ, ਉਸ ਪਾਸੇ, ਪਰ ਇਹਨਾਂ ਡਾਇਰੈਕਸ਼ਨ ਚੇਂਜ ਕਰ ਦਿੱਤੀ ਹੈ, ਦਿਸ਼ਾ ਹੀ ਬਦਲ ਦਿੱਤੀ ਹੈ। ਗੁਰੂ ਸਾਹਿਬ ਮੁਸਕਰਾ ਕੇ ਚਲਦੇ ਚਲਦੇ ਉਸੇ ਰਾਹ ਤੇ ਜਾ ਰਹੇ ਆ। ਕਹਿੰਦੇ ਮਰਦਾਨਿਆ ਦੂਰ ਬਹੁਤ ਹੈ। ਕਹਿੰਦੇ ਬਾਬਾ ਤੁਹਾਡੇ ਲਈ ਦੂਰ ਨਹੀਂ ਹੈ, ਲੱਖਾਂ ਕੋ ਇੱਕ ਪਲ ਵਿੱਚ ਤੁਸੀਂ ਸਰ ਕਰ ਸਕਦੇ ਹੋ। ਪਰਮੇਸ਼ਰ ਬਹੁਤ ਵੱਡੀ ਚੀਜ਼ ਹੈ, ਚੀਜ਼ ਸਭ ਸ਼ਬਦ ਵੀ ਦੁਨਿਆਵੀ ਹੈ, ਉਹ ਬਹੁਤ ਵੱਡਾ ਹੈ, ਸਮਰੱਥ ਹੈ। ਉਹਦੇ ਅੱਗੇ ਲਾਈਟ ਈਅਰ ਪ੍ਰਕਾਸ਼ ਵਰੇ ਕੱਖ ਵੀ ਨਹੀਂ ਆ। ਤੇ ਸਾਡੀ ਸਾਇੰਸ ਭੱਜੀ ਫਿਰਦੀ ਹੈ ਨਾ ਵੀ ਇਹ ਲਾਈਟ ਈਅਰ ਦੇ ਬਰਾਬਰ ਕੋਈ ਇਹੋ ਜਿਹਾ ਇੰਜਣ ਬਣਾਈਏ, ਇੰਪੋਸੀਬਲ ਬਣਾਈਏ, ਜਿਹਦੇ ਨਾਲ ਅਸੀਂ ਬ੍ਰਹਿਮੰਡ ਦੀ ਦੂਰੀ ਤੈਅ ਕਰ ਸਕੀਏ। ਪਰ ਗੁਰੂ ਨਾਨਕ ਪਾਤਸ਼ਾਹ ਉਹ ਮਹਾਨ ਰੂਹਾਂ ਅੱਖ ਖੋਲੀਆਂ ਇੱਥੇ ਤੇ ਅੱਖ ਦਾ ਫਰਕਾ ਖੁੱਲਿਆ ਤੇ ਉੱਥੇ। ਇਹ ਤੋਂ ਵੱਧ ਸਪੀਡ ਕੀ ਹੋ ਸਕਦੀ ਹੈ? ਇਹ ਤੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ? ਅੱਜ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਪਿੱਛੇ ਲੜਦੇ ਫਿਰਦੇ, ਆਹ ਕਰਾਮਾਤ, ਆਹ ਕਿਉਂ ਹੋ ਗਈ, ਆਹ ਕਿਵੇਂ ਹੋ ਗਿਆ।
ਕਿਉਂਕਿ ਅਸੀਂ ਸਵੇਰੇ ਉੱਠ ਕੇ ਨਹਾ ਨਹੀਂ ਸਕਦੇ। ਸਾਨੂੰ ਲੱਗਦਾ ਹੈ ਵੀ ਗੁਰੂ ਸਾਹਿਬ ਅਤੇ ਉਹ ਮਹਾਨ ਸਿੱਖ ਵੀ ਸਾਡੇ ਵਰਗੇ ਹੋਣ। ਸਾਨੂੰ ਇਹੀ ਲੱਗਦਾ ਹੈ ਜੋ ਅਸੀਂ ਨਹੀਂ ਕਰ ਸਕਦੇ ਉਹ ਦੂਜਾ ਕਿਵੇਂ ਕਰੇਗਾ। ਪਰ ਗੁਰੂ ਪਾਤਸ਼ਾਹ ਏਡੇ ਸਮਰੱਥ ਨੇ। ਭਾਈ ਮਰਦਾਨਾ ਕੋਈ ਆਮ ਨਹੀਂ, ਬ੍ਰਹਮ ਗਿਆਨੀ ਸਿੱਖ ਨੇ। ਜਦੋਂ ਤਰਲਾ ਕੀਤਾ ਮਰਦ ਕਹਿੰਦੇ ਮਰਦਾਨਿਆ ਉਸ ਪਾਸੇ ਜਾ ਤੇ ਰਹੇ ਆ ਪਰ ਸਮਾਂ ਬਹੁਤ ਲੱਗੂ। ਕਹਿੰਦੇ ਬਾਬਾ ਤੁਹਾਡੇ ਲਈ ਦੂਰੀ ਨਹੀਂ ਹੈ, ਤੁਹਾਡੇ ਲਈ ਕੁਛ ਵੀ ਨਹੀਂ। ਚਾਹੋ ਪਲਾਂ 'ਚ ਲੈ ਜਾਓ, ਨਾ ਚਾਹੋ ਤੁਸੀਂ ਸਦੀਆਂ ਲਾ ਦੇਵੋ। ਪ੍ਰਭ ਜੀ ਕੀਜੈ ਨਹੀਂ ਬਲਾਓ, ਦੇਹ ਦੇਖਣ ਕੋ ਬੋ ਮਮ ਚਾਓ। ਚਲਦੇ ਚਲਦੇ ਪਾਤਸ਼ਾਹ ਪੰਜਾਬ ਦੀ ਧਰਤੀ ਵੱਲ ਆ ਗਏ। ਪਰ ਭਾਈ ਮਰਦਾਨੇ ਨੂੰ ਕਾਹਲੀ ਬਹੁਤ ਹੈ। ਕਹਿੰਦੇ ਬਾਬਾ ਦੇਰੀ ਬਹੁਤ ਲੱਗ ਰਹੀ ਹੈ, ਸਮਾਂ ਬਹੁਤ ਲੱਗਦਾ ਹੈ, ਸਮਾਂ ਨਾ ਲਾਓ। ਇਹ ਸੁਭਾਵਿਕ ਗੱਲ ਆ, ਆਪਾਂ ਕਿਤੇ ਜਾਣਾ ਚਾਹੀਏ ਨਾ, ਉਹ ਦਿਨ ਵੀ ਛੇਤੀ ਨੇੜੇ ਨਹੀਂ ਆਉਂਦਾ, ਉਹ ਮੰਜ਼ਿਲ ਵੀ ਸਾਡੀ ਛੇਤੀ ਨੇੜੇ ਨਹੀਂ ਆਉਂਦੀ, ਕਿਉਂਕਿ ਕਾਹਲ ਤੇ ਚਾਅ ਹੀ ਇੰਨਾ ਹੁੰਦਾ। ਭਾਈ ਮਰਦਾਨੇ ਦੀ ਜ਼ਿੰਦਗੀ ਦਾ ਇੱਕ ਚਾਅ ਸੀ, ਮੈਂ ਮੱਕਾ ਵੇਖਣਾ ਕਿਹੋ ਜਿਹਾ ਹੈ, ਕਿਉਂਕਿ ਮਰਾਸੀਆਂ 'ਚੋਂ ਤੇ ਕੋਈ ਗਿਆ ਹੀ ਨਹੀਂ ਸੀ। ਨਾਲੇ ਉਹ ਵੀ ਰਾਏ ਭੋਏ ਦੀ ਤਲਵੰਡੀ ਵਿੱਚ ਵਸਣ ਵਾਲਾ ਸਾਰਾ ਨਗਰ, ਇੱਥੋਂ ਤੱਕ ਰਾਏ ਬੁਲਾਰ ਜੀ ਨੇ ਵੀ ਅੱਜ ਤੱਕ ਮੱਕੇ ਦੀ ਯਾਰਤ ਨਹੀਂ ਸੀ ਕੀਤੀ। ਕਿੱਡੇ ਵੱਡੇ ਨਵਾਬ ਹਨ। ਨਵਾਬ ਦੌਲਤ ਖਾਂ 1-2 ਵਾਰ ਮੱਕੇ ਗਏ ਨੇ, ਤੇ ਔਰੰਗਜ਼ੇਬ ਦਾ ਜੀਵਨ ਪੜ੍ਹ ਕੇ ਵੇਖੋ, ਘੱਟੋ ਘੱਟ 5 ਵਾਰ ਮੱਕੇ ਗਿਆ। ਏਡਾ ਵੱਡਾ ਬਾਦਸ਼ਾਹ ਹੋ ਗਿਆ। ਕੋਈ ਖੇਡ ਨਹੀਂ ਸੀ ਉਹਨਾਂ ਸਮਿਆਂ 'ਚ, ਕਿਉਂਕਿ 2-2 3-3 ਸਾਲ ਲੱਗਣੇ। ਉਦੋਂ ਇੰਜਣ ਵਾਲੇ ਸ਼ਿਪ ਨਹੀਂ ਸੀ ਹੁੰਦੇ, ਹਵਾ ਦੇ ਵੇਗ ਨਾਲ ਚੱਲ ਪਿਆ 2-2 ਮਹੀਨੇ। ਕਈ ਵਾਰ ਹਵਾਵਾਂ ਉਸ ਦਿਸ਼ਾ ਦੀਆਂ ਨਹੀਂ ਸੀ ਚੱਲਦੀਆਂ। ਯਾਤਰੀਆਂ ਨੂੰ ਬੰਦਰਗਾਹ ਤੇ ਰੁਕਣਾ ਪੈਂਦਾ ਸੀ, ਉੱਥੇ ਹੀ ਰਹਿਣਾ ਪੈਂਦਾ ਸੀ। ਸਮਰਪਿਤ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਸਾਰੀਆਂ ਹੀ ਗਿਣਾ ਦਿੱਤੀਆਂ। ਜਿਉਂ ਤਿਉਂ ਕਰਕੇ ਆਪ ਦਿਖਾਏ, ਮੋਜਿਆ ਬਲਖਾ ਪੂਰ ਕਰਾਏ। ਆਖਰਕਾਰ ਸਤਿਗੁਰੂ ਜੀ ਪੰਜਾਬ ਤੋਂ ਚਲਦੇ ਚਲਦੇ ਮੁਲਤਾਨ ਵਾਲੇ ਪਾਸੇ ਹੋ ਗਏ, ਅੱਜ ਕੱਲ ਪਾਕਿਸਤਾਨ। ਇਹ ਸਫ਼ਰ ਪੈਦਲ ਸੀ, ਪੈਦਲ ਤੈਅ ਕੀਤਾ। ਸੈਂਕੜੇ ਯੋਗੀ ਫਕੀਰ ਇਸਲਾਮ ਦੇ ਪੀਰ ਮਿਲੇ, ਜਿਨ੍ਹਾਂ ਨਾਲ ਗੁਰੂ ਬਾਬਾ ਜੀ ਨੇ ਚਰਚਾ ਕੀਤੀ, ਜਿਨ੍ਹਾਂ ਨੂੰ ਤਾਰਿਆ, ਜਿਨ੍ਹਾਂ ਦੇ ਅਸਥਾਨ ਅੱਜ ਵੀ ਲਹਿੰਦੇ ਪੰਜਾਬ ਦੇ ਵਿੱਚ ਸੁਭਾਏਮਾਨ ਹਨ। ਬੇਸ਼ੱਕ ਉੱਥੇ ਸਾਂਭ ਸੰਭਾਲ ਬਹੁਤ ਥੋੜ੍ਹੀ ਹੈ, ਪਰ ਉਹਨਾਂ ਲੋਕਾਂ ਦੀ ਇੱਕ ਖਾਸੀਅਤ ਆ, ਉਹਨਾਂ ਨੇ ਪੁਰਾਤਨ ਚੀਜ਼ਾਂ ਨਹੀਂ ਤੋੜੀਆਂ। ਸਾਡੇ ਕੋਲ ਸਾਂਭ ਸੰਭਾਲ ਬੇਸ਼ੱਕ ਬਹੁਤ ਜ਼ਿਆਦਾ ਹੈ, ਸਾਧਨ ਬੜੇ ਆ, ਪਰ ਮਾਫ ਕਰਿਓ ਅਫਸੋਸ, ਅੱਜ ਸਾਡੀ ਕੌਮ ਦੇ ਕੋਲ ਪੁਰਾਣੀ ਧਰੋਹਰ ਤੇ ਵਿਰਾਸਤ ਕੋਈ ਨਹੀਂ। ਨਾ ਤੇ ਠੰਡਾ ਬੁਰਜ ਸਾਡੇ ਕੋਲ, ਨਾ ਹੋਰ ਨਿਸ਼ਾਨੀਆਂ ਸਾਡੇ ਕੋਲੇ ਨੇ। ਸਿਰਫ ਪੱਥਰ, ਇਮਾਰਤਾਂ, ਰਾਜਸਥਾਨ ਦਾ ਕੋਟਾ ਸਟੋਨ ਆ, ਹੋਰ ਕੁਛ ਸਾਡੇ ਕੋਲ ਨਹੀਂ ਹੈ। ਪਰ ਅੱਜ ਵੀ ਉੱਥੇ ਜਾ ਕੇ ਵੇਖੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਨਿਸ਼ਾਨੀਆਂ ਉਹਨਾਂ ਲੋਕਾਂ ਕਾਇਮ ਰੱਖੀਆਂ ਨੇ। ਤੇ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਰੁਕਦੇ ਰਹੇ, ਉਹਨੂੰ ਨਾਨਕ ਦਾ ਘਰ ਲਿਖਿਆ ਉਹਨਾਂ ਨੇ, ਬਾਬੇ ਦਾ ਘਰ, ਸ਼ਾਹ ਨਾਨਕ ਬਾਬਾ, ਕਿਸੇ ਨੇ ਨਾਨਕ ਸ਼ਾਹ ਬਾਬਾ ਲਿਖਿਆ। ਅਲੱਗ-ਅਲੱਗ ਨਾਵਾਂ ਦੇ ਨਾਲ ਉਹ ਸੰਕੇਤ ਲਿਖਦੇ ਨੇ। ਅਸ ਪਰ ਘਰ ਕੇ ਸੁਣ ਕਰ ਬੈਨਾ, ਹੈ ਪਰਸੰਨ ਬੋਲੇ ਗੁਣ ਐਨਾ। ਹੁਣ ਇਸੇ ਰੂਟ ਤੇ ਸਤਿਗੁਰ ਜਾ ਰਹੇ ਨੇ, ਮੱਕੇ ਜਾਣਾ ਉਹਨਾਂ। ਹੁਣ ਜਦੋਂ ਆਪਾਂ ਇਤਿਹਾਸ ਦੀ ਖੋਜ ਕਰੀਏ, ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੋਂ ਚੱਲੇ ਸੀ? ਗੁਜਰਾਤ ਦੀ ਬੰਦਰਗਾਹ ਲਖਪਤ, ਉੱਥੋਂ ਚੱਲੇ। ਮੱਕੇ ਵਾਲੇ ਪਾਸੇ ਜਾਂਦੇ ਆ, ਅੱਜ ਵੀ ਲਖਪਤ ਦੀ ਧਰਤੀ ਤੇ ਬਹੁਤ ਵੱਡੇ ਸਾਈਨ ਬੋਰਡ ਤੇ ਗੁਰੂ ਨਾਨਕ ਸਾਹਿਬ ਜੀ ਦਾ ਅਸਥਾਨ ਬਣਿਆ ਹੋਇਆ ਹੈ, ਜਿੱਥੋਂ ਗੁਰੂ ਪਾਤਸ਼ਾਹ ਗਏ। ਹੁਣ ਉੱਥੋਂ ਕਿੱਧਰ ਗਏ? ਗੁਜਰਾਤ ਤੋਂ ਜਦੋਂ ਸਿੱਧਾ ਜਾਈਏ ਸਮੁੰਦਰਾਂ ਦੇ ਰਾਹਾਂ ਤੋਂ, ਪਾਕਿਸਤਾਨ ਦਾ ਬਾਰਡਰ ਲੱਗਦਾ ਕਰਾਚੀ ਵਾਲਾ ਪਾਸਾ। ਤੇ ਇਹ ਹੁਣ ਕਰਾਚੀ ਵਾਲੇ ਪਾਸੇ ਦਾ ਜ਼ਿਕਰ ਆ ਰਿਹਾ ਹੈ, ਕਿਉਂਕਿ ਆ ਸਮਤਲ ਧਰਤੀ ਤੇ ਪਾਤਸ਼ਾਹ ਨਹੀਂ ਆਏ, ਸਮੁੰਦਰਾਂ ਦੇ ਰਾਹਾਂ ਤੋਂ ਚੱਲਦੇ ਉਹਨਾਂ ਪੰਜਾਬ ਪਾਰ ਕੀਤਾ ਏ। ਕਹਿਓ ਨਾ ਮਿਟਹਿ ਤਬ ਮਰਦਾਨੇ, ਚਲੋ ਦੇਖਾਵਹਿ ਚਾਹੇ ਜੇ ਥਾਨੇ। ਚੱਲਦੇ ਚੱਲਦੇ ਸਤਿਗੁਰੂ ਕਹਿੰਦੇ ਮਰਦਾਨਿਆ, ਜੇ ਤੇਰੀ ਗੱਲ ਨਾ ਮੰਨੀ ਤੇ ਸਾਡਾ ਕੀ ਫਾਇਦਾ? ਤੇਰੀ ਭਾਵਨਾ ਪੂਰੀ ਕਰਾਂਗੇ। ਉਸੇ ਰਾਹ ਤੇ ਤੁਰੇ ਜਾ ਰਹੇ ਨੇ ਗੁਰੂ ਪਾਤਸ਼ਾਹ, ਪਰ ਕੋਸ਼ਿਸ਼ ਕਰਦੇ ਨੇ ਪਹਿਲਾਂ ਆਮ ਲੋਕਾਂ ਵਾਂਗ ਜਾਇਆ ਜਾਵੇ, ਕਿਉਂਕਿ ਸਤਿਗੁਰਾਂ ਦਾ ਜਿਹੜਾ ਮਿਸ਼ਨ ਆ ਨਾ, ਉਹ ਕਰਮ ਕਾਂਡ, ਪਖੰਡ, ਅੰਧ ਵਿਸ਼ਵਾਸ, ਇਹਨਾਂ ਤੇ ਠੇਸ ਮਾਰਨਾ ਏ।
ਕਿਸੇ ਧਰਮ ਨੂੰ ਸਤਿਗੁਰਾਂ ਟਾਰਗੇਟ ਨਹੀਂ ਕੀਤਾ। ਭਾਵੇਂ ਇਸਲਾਮ ਹੈ, ਹਿੰਦੂ ਧਰਮ ਹੈ, ਬੁੱਧ ਧਰਮ ਹੈ, ਜੈਨ ਧਰਮ ਹੈ, ਉਸ ਵੇਲੇ ਇਹਨਾਂ ਧਰਮਾਂ ਦੀ ਬਹੁਲਤਾ ਹੁੰਦੀ ਸੀ। ਕਦੇ ਵੀ ਕਿਸੇ ਧਰਮ ਨੂੰ ਸਾਹਿਬਾਂ ਨੇ ਮਾੜਾ ਨਹੀਂ ਕਿਹਾ। ਸੱਚ ਕੀ ਵਾਰ ਪੜ੍ਹ ਕੇ ਵੇਖੋ, ਜੇ ਕਾਜੀ ਦੀ ਗੱਲ ਕੀਤੀ ਤੇ ਬ੍ਰਾਹਮਣ ਦੀ ਵੀ ਕੀਤੀ ਹੈ, ਜੇ ਬਾਣੀ 'ਚ ਬ੍ਰਾਹਮਣ ਦੀ ਗੱਲ ਕੀਤੀ ਹੈ ਤੇ ਗੱਲ ਸਿੱਖ ਦੀ ਵੀ ਕੀਤੀ ਹੋਈ ਹੈ। ਪਖੰਡ ਕਿਸੇ ਧਰਮ 'ਚ ਵੀ ਹੋਵੇ, ਭਾਵੇਂ ਸਿੱਖਾਂ 'ਚ ਹੈ, ਉਹ ਵੀ ਕਰਮਕਾਂਡ ਹੈ। ਮੁਸਲਮਾਨਾਂ 'ਚ ਹੋਵੇ, ਹਿੰਦੂ ਵੀਰਾਂ ਵਿੱਚ ਹੋਵੇ, ਪਰ ਕਿਸੇ ਧਰਮ ਨੂੰ ਗੁਰੂ ਪਾਤਸ਼ਾਹ ਨੇ ਨਿੰਦਿਆ ਨਹੀਂ। ਧਰਮ ਵਿੱਚ ਆਈਆਂ ਤੁਰਟੀਆਂ ਨੂੰ ਕਹਿ ਦੇਣਾ, ਬੋਲ ਦੇਣਾ ਕੋਈ ਨਿੰਦਿਆ ਥੋੜ੍ਹੀ ਹੈ, ਉਹ ਸੱਚ ਹੈ। ਇੱਕ ਮਿਸ਼ਨਰੀ ਦਾ, ਇੱਕ ਪ੍ਰਚਾਰਕ ਦਾ, ਇੱਕ ਪ੍ਰੋਫੈਸਰ ਦਾ, ਇੱਕ ਸਾਧੂ ਦਾ ਇਹ ਫਰਜ਼ ਹੁੰਦਾ ਏ ਆਪਣੇ ਧਰਮ ਵਿੱਚ ਆਈਆਂ ਹੋਈਆਂ ਗਿਰਾਵਟਾਂ ਨੂੰ ਚੁੱਕਣਾ, ਤਾਂ ਜੋ ਲੋਕ ਉਹਨਾਂ ਅਵੱਗਿਆਵਾਂ ਤੋਂ ਦੂਰ ਹੋ ਜਾਣ, ਦੂਰੀਆਂ ਵੱਟ ਲੈਣ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਭਾਈ ਮਰਦਾਨਾ ਬੜੇ ਖੁਸ਼ ਨੇ। ਮਰਦ ਕਹਿੰਦੇ, ਮਰਦਾਨਿਆਂ ਜੇ ਭੁੱਖ ਲੱਗੀ? ਕਹਿੰਦੇ, ਬਾਬਾ ਨਹੀਂ ਲੱਗਦੀ। ਤੁਹਾਡੀ ਕਿਰਪਾ ਦੇ ਨਾਲ ਇਸ ਸਫ਼ਰ ਵਿੱਚ ਮੈਂ ਸੰਜਮ ਰੱਖਣਾ ਏ। ਕਹਿ ਕਰ ਮੱਕੇ ਦਿਸ਼ ਪ੍ਰਸਥਾਨੇ, ਜਿਨ ਕੇ ਦਰਸ਼ਨ ਤੇ ਪ੍ਰਮਹਾਨੇ। ਜਿਨ੍ਹਾਂ ਸਤਿਗੁਰਾਂ ਦੇ ਦੀਦਾਰ ਕੀਤਿਆਂ ਤੋਂ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ। ਸਾਹਿਬ ਜੀ ਅੱਜ ਸੱਖਰ ਭੱਖਰ ਵਾਲੇ ਪਾਸੇ ਚੱਲ ਪਏ। ਇਹ ਮੁਲਤਾਨ ਦੇ ਸ਼ਹਿਰ ਨੇ, ਭੱਖਰ ਅਤੇ ਸੱਖਰ। ਸਮੁੰਦਰ ਦਾ ਕਿਨਾਰਾ ਲੱਗਦਾ ਹੈ ਮੁਲਤਾਨ ਦੇ ਨੇੜੇ ਜਾ ਕੇ। ਜਿਸ ਬੰਦਰਗਾਹ ਤੇ ਮੱਕੇ ਨੂੰ ਜਾਣ ਵਾਲੇ ਜਹਾਜ਼ ਲੱਗਦੇ ਆ, 2-2 3-3 ਸਾਲ ਬਾਅਦ ਇੱਕ ਸ਼ਿਪ ਚੱਲਦਾ ਹੈ। ਹਜ਼ਾਰਾਂ ਲੋਕ ਇਕੱਠੇ ਹੋ ਕੇ ਉੱਤੇ ਸਵਾਰ ਹੁੰਦੇ ਆ। ਕਈ ਵਾਰ ਉਹ ਕੈਂਸਲ ਹੋ ਜਾਂਦਾ ਹੈ, ਕਈ ਵਾਰ ਰੁਕ ਜਾਂਦਾ ਹੈ ਕਿਸੇ ਕਾਰਨ ਕਰਕੇ, ਕਿਉਂਕਿ ਹਵਾਵਾਂ ਦੇ ਵੇਗ ਹਨ। ਗੁਰੂ ਬਾਬਾ ਜੀ ਸਾਰੀਆਂ ਚੀਜ਼ਾਂ ਤੋਂ ਵਾਕਿਫ ਨੇ ਸੰਸਾਰੀ ਤੌਰ 'ਤੇ। ਕਹਿੰਦੇ, ਮਰਦਾਨਿਆਂ ਲਿਬਾਸ ਵੇਖ ਕੇ ਸਾਨੂੰ ਕੋਈ ਜਹਾਜ਼ ਤੋਂ ਹੀ ਨਾ ਲਾ ਦੇ। ਕਹਿੰਦੇ, ਬਾਬਾ ਤੁਹਾਨੂੰ ਕਿਹਨੇ ਲਾਉਣਾ ਹੈ? ਹੱਸਦੇ ਜਾਂਦੇ ਗੁਰੂ ਸਾਹਿਬ। ਸਭ ਕੁਝ ਭਾਈ ਮਰਦਾਨਾ ਜੀ ਦੇ ਸਨਮੁਖ ਉਹ ਪ੍ਰਗਟ ਕਰਦੇ ਨੇ। ਅੱਖਰ ਸਖਰ ਹੈ ਜਿਹ ਜਗ, ਆਏ ਤਹਾਂ ਨਿਮਖ ਨਹਿ ਲੱਗ। ਇੱਕ ਪਲ ਵਿੱਚ, ਸੈਕਿੰਡ ਵਿੱਚ ਸਤਿਗੁਰ ਜੀ ਸਖਰ ਭਖਰ ਦੀ ਬੰਦਰਗਾਹ ਤੇ ਆ ਗਏ। ਇਹ ਕਿੱਥੇ ਹੈ? ਡੇਰਾ ਇਸਮਾਇਲ ਖਾਂ ਅੱਜ ਵੀ ਬਹੁਤ ਵੱਡਾ ਇਲਾਕਾ ਇਸ ਬੰਦਰਗਾਹ ਦੇ ਕੋਲ, ਜਿੱਥੇ ਨਾਨਕ ਬੂੰਗਾ ਨਾਮ ਦਾ ਸਥਾਨ ਅੱਜ ਵੀ ਬਣਿਆ। ਗੁਰੂ ਬਾਬਾ ਜੀ ਉੱਥੇ ਆਏ। ਹੁਣ ਇੱਥੇ ਹਿੰਦੂ ਨਹੀਂ ਲੱਭਦਾ ਕੋਈ, ਸਿੱਖ ਤੇ ਚਲੋ ਹੈ ਹੀ ਕਿਹੜਾ ਸੀ, ਨਾ ਬੋਧੀ ਨਾ ਪਾਰਸੀ, ਕੇਵਲ ਤੇ ਕੇਵਲ ਜਿੱਧਰ ਨਜ਼ਰ ਮਾਰੀ ਜਾਵੇ ਚਿੱਟੀਆਂ ਟੋਪੀਆਂ ਤੇ ਚਿੱਟੇ ਕੁੜਤੇ ਪਾਏ ਆ ਸਲਵਾਰਾਂ ਦੇ ਨਾਲ। ਮੁਸਲਮਾਨ ਵੀਰ ਬਹੁ ਗਿਣਤੀ ਵਿੱਚ ਨਜ਼ਰੇ ਆਉਂਦੇ ਨੇ। ਨੀਲ ਬਸਤਰ ਲੈ ਪਹਿਰ ਸਰੀਰਾ, ਕਾਂਖ ਕਿਤਾਬ ਹੈ ਗੁਣੀ ਗਹੀਰਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਇੱਥੇ ਜਿਹੜੇ ਵੱਡੇ ਵੱਡੇ ਕਾਜੀ ਨੇ ਜੀ, ਮਤਲਬ ਅਹੁਦੇਦਾਰ ਇਸਲਾਮ ਦੇ, ਉਹਨਾਂ ਨੇ ਨੀਲੇ ਕੱਪੜੇ ਪਾਏ ਹੋਏ। ਬਾਣੀ ਸੁਣਦੇ ਹੋ ਨਾ ਆਪ ਜੀ, ਪੜ੍ਹਦੇ ਹੋ। ਨੀਲ ਬਸਤਰ ਕੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਇਸਲਾਮ ਨੀਲੇ ਕੱਪੜੇ ਪਾਉਂਦੇ ਆ ਜਿਹੜੇ ਉਹਨਾਂ ਦੇ ਵੱਡੇ ਰੁਤਬੇਦਾਰ ਹੁੰਦੇ ਆ। ਗੁਰੂ ਕਲਗੀਧਰ ਪਾਤਸ਼ਾਹ ਉੱਚ ਦੇ ਪੀਰ ਬਣ ਕੇ ਗਏ ਸੀ। ਨੀਲਾ ਚੂੜਾ, ਨੀਲੇ ਵਸਤਰ ਸਿਰ ਤੋਂ ਪੈਰਾਂ ਤੱਕ। ਇਹ ਇਸਲਾਮ ਦੇ ਵਿੱਚ ਅੱਜ ਵੀ ਨਿਸ਼ਾਨੀ ਹੈ। ਕਦੇ ਮੁਸਲਮਾਨ ਵੀਰਾਂ 'ਚ ਫਿਰਕੇ ਬੜੇ ਆ, ਸ਼ੇਖ ਸੱਜਦ ਕਈ ਤਰ੍ਹਾਂ ਦੇ ਆ, ਫਿਰ ਸੀਆ ਸੁੰਨੀ ਲੱਗ ਆ ਜਾਂਦੇ ਆ। ਇਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕੁਰਾਨ ਸ਼ਰੀਫਾਂ ਨੇ, ਕਈ ਤਰ੍ਹਾਂ ਦੀਆਂ। ਜਿਵੇਂ ਆਪਾਂ ਇਹਨਾਂ ਨੂੰ ਵੇਖੀਏ, ਯੂਰਪ ਵਾਲਿਆਂ ਨੂੰ, ਕ੍ਰਿਸਚਨਾਂ ਨੂੰ, ਬਾਈਬਲ ਇੱਕ ਨਹੀਂ ਸੈਂਕੜੇ ਪ੍ਰਕਾਰ ਦੀ ਲਿਖੀ ਗਈ ਹੋਈ। ਅਲੱਗ ਤੋਂ ਅਲੱਗ ਐਡੀਸ਼ਨ ਮਿਲ ਜਾਣਗੇ, ਅਪਡੇਟਡ ਵਰਜ਼ਨ ਮਿਲ ਜਾਣਗੇ, ਉਹਨਾਂ ਵਿੱਚ ਵੀ ਫਿਰਕੇ ਨੇ। ਹੁਣ ਇਸਲਾਮ ਦੇ ਵਿੱਚ ਬਹੁਤ ਵੱਡਾ ਰੁਤਬਾ ਹੁੰਦਾ ਏ ਕਾਜ਼ੀਆਂ ਦਾ, ਮੁੱਲਿਆਂ ਦਾ ਤੇ ਹਾਜੀਆਂ ਦਾ। ਜਿਹੜੇ ਹਾਜੀ ਲੋਕ ਨੇ ਉਹ ਹੁੰਦੇ ਪੀਰ ਸਾਹਿਬ, ਸਿਰ ਤੋਂ ਪੈਰਾਂ ਤੱਕ ਨੀਲੇ। ਗੁਰੂ ਨਾਨਕ ਪਾਤਸ਼ਾਹ ਇੱਕ ਥਾਂ ਤੇ ਰਾਤ ਰੁਕੇ, ਮਰਦ ਨੇ ਨੀਲੇ ਬਸਤਰ ਲੈ ਲਏ, ਸਿਰ ਤੋਂ ਪੈਰਾਂ ਤੱਕ ਨੀਲੇ ਕੱਪੜੇ ਪਾ ਲਏ। ਇੱਕ ਲੋਟਾ ਹੱਥ ਵਿੱਚ ਫੜਿਆ, ਭਾਈ ਬਾਲੇ ਨੂੰ ਫੜਾ ਦਿੱਤਾ। ਇੱਕ ਤਰ੍ਹਾਂ ਦਾ ਭੇਸ ਮਹਾਰਾਜ ਨੇ ਐਸਾ ਬਣਾਇਆ, ਮੱਥੇ ਤੇ ਤਿਲਕ ਲਾ ਲਿਆ। ਹੁਣ ਤਿਲਕ ਦੇ ਨਾਲ ਇਸਲਾਮਿਕ ਲੋਕਾਂ ਦਾ ਕੋਈ ਸੰਬੰਧ ਨਹੀਂ, ਦੂਰ ਤੱਕ ਨਹੀਂ ਲਾਉਂਦੇ। ਉਹਨਾਂ ਦੀ ਵੱਖਰੀ ਪਛਾਣ ਹੈ, ਆਪਣੀ ਧਰਮ ਦੀ ਰਵਾਇਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਜੀਆਂ ਤੇ ਖੱਬੀਆਂ ਬਾਹਾਂ ਤੇ ਮੋਟੇ ਮੋਟੇ ਰੱਸੇ ਲਪੇਟ ਲਏ। ਇੱਕ ਰੱਸਾ ਲੱਕ ਨਾਲ ਲਪੇਟ ਲਿਆ। ਇਹ ਕੀ ਹਿਸਾਬ ਹੈ? ਭਾਵ
ਦੂਜੇ ਦਾ ਧਿਆਨ ਕੇਂਦਰਿਤ ਕਰਨਾ। ਕੁਛ ਲਿਬਾਸ ਉਹਨਾਂ ਦੇ ਧਰਮ ਵਾਲਾ ਬਣਾ ਲਿਆ, ਕੇਸ ਖੁੱਲੇ ਛੱਡੇ ਆ, ਸਿਰੇ ਉੱਤੇ ਇੱਕ ਟੋਪੀ ਪਾ ਲਈ, 4 ਕੱਪੜੇ ਰੰਗ ਬਰੰਗੇ ਇਕੱਠੇ ਕਰਕੇ 4 ਸੀਨਾ ਮਾਰ ਕੇ ਚਾਰੇ ਦਿਸ਼ਾਵਾਂ ਬਣਾ ਕੇ ਨਾ, ਜਿਹਨੂੰ ਕੁਲਹਾ ਕਹਿੰਦੇ ਆ, ਲੰਬੀ ਟੋਪੀ ਸਾਹਿਬਾਂ ਨੇ ਸੀਸ ਤੇ ਬੰਨੀ ਹੈ, ਪਾ ਲਈ ਰੱਸੀ ਪਾ ਕੇ। ਇੱਕ ਅਲੱਗ ਜਿਹਾ ਲਿਬਾਸ, ਅਲੱਗ ਜਿਹਾ ਭੇਖ ਗੁਰੂ ਬਾਬਾ ਜੀ ਨੇ ਧਾਰਨ ਕੀਤਾ ਏ। ਉੱਚੀ ਕੁਲਹਿ ਧਰੀ ਨਜ ਸੀਸੰ, ਆਸਾ ਹਾਥ ਵਿਖੇ ਜਗਦੀਸ਼। ਜਗਦੀਸ਼ ਪਰਮਾਤਮਾ ਜੀ ਨੇ ਹੱਥ ਦੇ ਵਿੱਚ ਬਹੁਤ ਮੋਟਾ ਸੋਟਾ ਫੜ ਲਿਆ, ਪੈਰਾਂ 'ਚ ਖੜਾਵਾਂ। ਹੁਣ ਇਸਲਾਮ 'ਚ ਖੜਾਵਾਂ ਨਹੀਂ ਪਾਉਂਦੇ, ਉਹ ਸਨਾਤਨ ਮਤ 'ਚ ਪਾਉਂਦੇ ਆ। ਇਹ ਟੋਪੀ ਜਿਹੜੀ ਸੀਸ ਤੇ ਮਰਦ ਨੇ ਪਾਈ, ਇਹਨੂੰ ਸੇਲੀ ਟੋਪੀ ਕਹਿ ਦਿੰਦੇ। ਬਹੁਤ ਲੰਬੀ, ਪਿੱਛੋਂ ਖਾਲੀ, ਥੱਲੋਂ ਗੁਲਾਈ ਹੈ, ਉੱਤੋਂ ਇੱਕ ਫੁੱਲ ਜਿਹਾ ਲੱਗਾ, ਜਿਵੇਂ ਨਿਆਣਿਆਂ ਦੇ ਨਹੀਂ ਪਾਈ ਹੁੰਦੀ, ਛੋਟੇ ਛੋਟੇ ਬੱਚਿਆਂ ਦੀ। ਜਾਣ ਬੁੱਝ ਕੇ ਐਸਾ ਭੇਸ ਬਣਾਇਆ, ਇੱਕ ਪਾਸੇ ਨੀਲੀ, ਇੱਕ ਪਾਸੇ ਹਰੀ, ਇੱਕ ਪਾਸੇ ਪੀਲੀ, ਇੱਕ ਪਾਸੇ ਚਿੱਟੀ, ਕਿਤੇ 4 ਤਰ੍ਹਾਂ ਦੇ ਰੰਗ ਉਸ ਟੋਪੀ 'ਚ ਪਾਏ ਹੋਏ। ਲੱਕ ਨਾਲ ਨੀਲੇ ਰੰਗ ਦਾ ਕਮਰ ਕਸਾ ਬੰਨ੍ਹ ਲਿਆ, ਕੱਛ ਦੇ ਵਿੱਚ ਇੱਕ ਕਿਤਾਬ ਰੱਖ ਲਈ, ਕੱਛ 'ਚ ਕਿਤਾਬ, ਆਸਾ ਹੱਥ ਕਿਤਾਬ ਕੱਛ। ਭਾਈ ਗੁਰਦਾਸ ਲਿਖਦੇ ਆ, ਕਿਉਂ ਬਣਾਇਆ ਲਿਬਾਸ? ਕਿਉਂਕਿ ਇਸ ਬੰਦਰਗਾਹ ਤੇ ਸਖਰ ਭਖਰ ਮੁਲਤਾਨ ਦੇ ਪੀਰ ਇਕੱਠੇ ਹੋ ਰਹੇ ਆ। ਜਿਨ੍ਹਾਂ ਪੀਰਾਂ ਨੇ ਹਜ ਕਰਨ ਵਾਸਤੇ ਮੱਕੇ ਵਿੱਚ ਜਾਣਾ ਏ। ਕਰੇ ਜਨੇਊ ਪਾਏ ਕਿਰਪਾਲਾ, ਤਿਲਕ ਕਰਿਓ ਸੁੰਦਰ ਪੁੰਨ ਭਾਲਾ। ਮੱਥੇ ਤੇ ਸਟਾਰ ਜਿਹਾ ਬਣਾ ਲਿਆ, ਬਹੁਤ ਲੰਬਾ, ਨੱਕ ਤੋਂ ਲੈ ਕੇ ਵੱਡੇ ਮੱਥੇ ਤੱਕ, ਜੂੜੇ ਤੱਕ ਮਰਦ ਨੇ ਤਿਲਕ ਲਾ ਲਿਆ ਜੀ, ਲੰਬਾ ਟਿੱਕਾ ਗਲ ਵਿੱਚ ਪਾ ਲਿਆ ਜਨੇਊ। ਹੁਣ ਇਹ ਬੜੀ ਹੈਰਾਨੀ ਦੀ ਗੱਲ ਆ ਜੀ, ਧਰਮ ਕੋਈ ਵੀ ਹੋਵੇ, ਧਰਮਾਂ 'ਚ ਨਫ਼ਰਤ ਇੰਨੀ ਆ, ਈਰਖਾ ਇੰਨੀ ਆ ਜੀ। ਆਮ ਬੰਦਾ ਵੇਖੀ ਨਾ ਅਗਲਾ ਕਹਿੰਦਾ ਯਾਰ ਧਰਮੀ ਬਣਨ ਦਾ ਫਾਇਦਾ ਕੀ ਹੈ ਜੇ ਸੜੇ ਹੀ ਫਿਰਦੇ ਆ। ਮਾਫ ਕਰਿਓ, ਦੂਜਿਆਂ ਦੀ ਗੱਲ ਛੱਡੋ, ਸਾਡਾ ਵੀ ਇਹੀ ਹਾਲ ਆ। ਸਿੱਖ ਨੂੰ ਸਿੱਖ ਦੇਖ ਕੇ ਰਾਜੀ ਨਹੀਂ ਵੀ ਭਰਾਵਾ ਜੇ ਇੰਨਾ ਸਾੜਾ ਤੇਰੇ ਅੰਦਰ ਆ, ਇੰਨੀ ਜੈਲਸੀ ਆ, ਇੰਨੀ ਨਫ਼ਰਤ ਭਰੀ ਸਿੱਖ ਪ੍ਰਤੀ, ਤੇਰੀ ਸਿੱਖੀ ਨੇ ਤੈਨੂੰ ਤਾਰਨਾ ਨਹੀਂ। ਆਖੋ ਸਤਿਨਾਮ। ਤੂੰ ਤੇ ਪਤਾ ਨਹੀਂ ਕਿੰਨੇ ਕੁ ਪਾਪ ਕਮਾਈ ਜਾਂਦਾ ਗੁਰੂ ਵਾਲਾ ਹੋ ਕੇ। ਤੂੰ ਪਿਆਰ ਕਰਨਾ ਸੀ ਸਾਰਿਆਂ ਨੂੰ। ਸਤਿਗੁਰ ਤੇ ਕਹਿੰਦੇ ਸੀ ਸਭ ਧਰਮਾਂ ਨੂੰ ਪ੍ਰੇਮ ਕਰੀ, ਸਤਿਕਾਰ ਕਰੀ, ਤੇ ਇੱਥੋਂ ਸਿੱਖ ਨਹੀਂ ਜਰਿਆ ਜਾਂਦਾ, ਕਿਸੇ ਦੀ ਸੇਵਾ ਦੀ ਜਰੀ ਜਾਂਦੀ, ਕਿਸੇ ਦਾ ਸਿਮਰਨ ਜਰਿਆ ਨਹੀਂ ਜਾਂਦਾ, ਕਿਸੇ ਦੀ ਵਡਿਆਈ ਜਰੀ ਨਹੀਂ ਜਾਂਦੀ। ਮਾਫ ਕਰਿਓ, ਜੇ ਸਾਡੇ ਅੰਦਰ ਸਾੜਾ ਹੈ ਨਾ, ਇੱਕ ਵਾਰ ਛੱਡੋ 10 ਜਨਮ ਲੈ ਕੇ ਵੀ ਸਿੱਖ ਬਣ ਜਿਓ, ਪੱਲੇ ਕੱਖ ਵੀ ਨਹੀਂ ਪੈਣਾ। ਆਖੋ ਸਤਿਨਾਮ। ਸਿਵਾਏ ਨਰਕ ਤੋਂ ਕੁਛ ਨਹੀਂ ਮਿਲਣਾ। ਸਿੱਖੀ ਭੇਖ ਦਾ ਨਾਮ ਥੋੜੀ ਹੈ। ਜੇ ਲਿਬਾਸ ਸਿੱਖੀ ਦਾ ਪਾਇਆ ਨਾ, ਬਾਣਾ ਪਾਇਆ, ਤੇ ਬਾਣੀ ਤੇ ਆਚਰਨ ਵੀ ਜ਼ਰੂਰੀ ਹੈ। ਪ੍ਰੇਮ ਹੋਵੇ। ਇਸੇ ਕਰਕੇ ਸਾਹਿਬ ਕਹਿੰਦੇ ਸਾਚ ਕਹੂੰ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰੇਮ ਹੀ ਨਹੀਂ ਤੇ ਰੱਬ ਕਿੱਥੋਂ ਮਿਲੂਗਾ? ਦਿਖਾਵੇ ਕਰਨ ਵਾਲੇ ਤੇ ਫਿਰ ਉਹ ਵੀ ਬਹੁਤ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਟਾਰਗੇਟ ਕਰਦੇ ਸੀ ਜਾ ਕੇ। ਅਸੀਂ ਵੀ ਉਹੋ ਜਿਹੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗਲ ਵਿੱਚ ਜਨੇਊ ਤੇ ਕੱਛ ਦੇ ਵਿੱਚ ਕਿਤਾਬ ਲੈ ਲਈ, ਹੈ ਖਾਲੀ ਆ, ਜਿਹਦੇ ਤੇ ਇਤਿਹਾਸ ਲਿਖਿਆ ਜਾਂਦਾ ਹੈ, ਬਾਣੀ ਲਿਖੀ ਜਾਂਦੀ ਹੈ। ਕਿਉਂ ਚੱਕਿਆ? ਕਿਉਂਕਿ ਮੁਸਲਮਾਨ ਵੀਰ ਨਾ ਕੁਰਾਨ ਸ਼ਰੀਫ ਲਪੇਟ ਕੇ ਬਸਤਰ 'ਚ ਅਦਬ ਨਾ ਰੱਖਦੇ ਆ। ਇੱਕ ਹੱਥ ਸੋਟਾ ਫੜਿਆ, ਕੱਛ 'ਚ ਕਿਤਾਬ ਲੈ ਲਈ। ਸੁਣਿਓ ਗੁਰੂ ਅੰਗਦ ਰਸ ਪੀਨੇ, ਕੂਜਾ ਮੁਝੇ ਮੁਸੱਲਾ ਦੀਨੇ। ਕਹਿੰਦੇ ਫਿਰ ਮੈਂ ਸਤਿਗੁਰਾਂ ਦੇ ਨਾਲ ਸੀ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਭਾਈ ਬਾਲਾ ਜੀ ਸੁਣਾਉਂਦੇ, ਕਹਿੰਦੇ ਮੈਨੂੰ ਮਰਦ ਨੇ ਮੁਸੱਲਾ ਫੜਾਤਾ। ਗੁਰਬਾਣੀ 'ਚ ਮੁਸੱਲਾ ਸ਼ਬਦ ਬੜੀ ਵਾਰ ਆਉਂਦਾ, ਤੇ ਸਾਡੇ ਕਈ ਭੁੱਲੜ ਪਾਠੀ ਉਹ ਮੁਸਲਾ ਹੀ ਪੜ੍ਹੀ ਜਾਂਦੇ, ਪਰ ਮੁਸਲਾ ਨਹੀਂ ਹੈ, ਮੁਸੱਲਾ। ਇੱਕ ਨਮਾਜ਼ ਪੜ੍ਹਨ ਵੇਲੇ ਹੇਠਾਂ ਵਿਛਾਇਆ ਜਾਣ ਵਾਲਾ ਬਸਤਰ। ਅੱਜ ਵੀ ਵੇਖ ਲਿਓ, ਜਦੋਂ 5 ਨਮਾਜ਼ੀ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਆ ਨਾ, ਇੱਕ ਚਿੱਕ ਜੀ ਵਿਛਾਉਂਦੇ ਆ ਥੱਲੇ ਕੱਪੜਾ, ਉਹਨੂੰ ਕਹਿੰਦੇ ਆ ਮੁਸੱਲਾ। ਕੰਨ ਮੁਸੱਲਾ ਸੂਫ ਗੱਲ, ਬਾਣੀ ਦਾ ਬਚਨ ਹੈ। ਭਾਈ ਬਾਲਾ ਕਹਿੰਦੇ ਮੈਨੂੰ ਮੁਸੱਲਾ ਫੜਾਇਆ, ਤੇ ਇੱਕ ਹੱਥ ਬਾਬੇ ਨੇ ਮੈਨੂੰ ਲੋਟਾ ਫੜਾਤਾ। ਵਿੱਚ ਵਿਚਾਲੇ ਜੇ ਚਿੱਪੀ ਹੈ। ਹੁਣ ਇਸਲਾਮ 'ਚ ਚਿੱਪੀ ਨੂੰ ਨਫ਼ਰਤ ਕਰਦੇ ਆ, ਗੜਬੇ ਨੂੰ ਨਫ਼ਰਤ ਕਰਦੇ, ਕਹਿੰਦੇ ਓਏ ਕਾਫਰ ਆ ਗਿਆ। ਹਿੰਦੂ ਹੈ ਇਹ। ਬਾਬਾ ਜੀ ਨੇ ਕਿਹੜਾ ਵਰਜਨ ਬਣਾਤਾ? ਰੀਮਿਕਸ। ਨਾ ਹਿੰਦੂ ਨਾ ਮੁਸਲਮਾਨ। ਟੋਪੀ ਮੁਸਲਮਾਨਾਂ ਵਾਲੀ ਆ, ਅੱਧੀ ਅੱਧੀ ਹਿੰਦੂਆਂ ਵਾਲੀ ਹੈ, ਕੱਪੜੇ ਸਾਰੇ ਮੁਸਲਮਾਨਾਂ ਵਾਲੇ। ਜੇ ਅਗਲਾ ਕਹਿੰਦਾ ਭਾਈ ਸਾਹਿਬ ਮੁਸਲਮਾਨ ਨੇ, ਤੇ ਗਲ ਵਿੱਚ ਜਨੇਊ ਪਾਇਆ ਹੋਇਆ, ਐਡਾ ਵੱਡਾ ਕਿਲੋਮੀਟਰ ਦਾ ਟਿੱਕਾ ਲਾਇਆ। ਫਿਰ ਨਾਲ ਜਿਹੜੇ ਸੇਵਕ ਨੇ
ਇੱਕ ਦੇ ਕੋਲੇ ਰਵਾਬ ਹੈ। ਇਸਲਾਮ 'ਚ ਰਵਾਬ ਨੂੰ ਮਾੜਾ ਮੰਨਿਆ ਜਾਂਦਾ ਸੀ ਉਹਨਾਂ ਸਮਿਆਂ 'ਚ, ਰਾਗ ਨੂੰ ਕਹਿੰਦੇ ਕਾਮ ਪੈਦਾ ਕਰਦਾ ਹੈ, ਪਰ ਨਹੀਂ, ਆਉਣ ਵਾਲੀ ਕਥਾ 'ਚ ਸਾਰਾ ਜ਼ਿਕਰ ਆ ਜਾਣਾ। ਭਾਈ ਬਾਲਾ ਜੀ ਕਹਿੰਦੇ ਮੈਨੂੰ ਸਾਹਿਬਾਂ ਨੇ ਮੁਸੱਲਾ ਫੜਾਇਆ, ਇੱਕ ਹੱਥ ਮੇਰੇ ਉਹਨਾਂ ਲੋਟਾ ਫੜਾਇਆ ਏ। ਘਰ ਮਹਿ ਸੇਲੀ ਪਾਏ ਵਿਸਾਲਾ, ਬਨੇ ਸੋਹਾਜੇ ਰੂਪ ਕਿਰਪਾਲਾ। ਗਲ ਵਿੱਚ ਪਾ ਲਈ ਗੁਰੂ ਸਾਹਿਬ ਜੀ ਨੇ ਰੁਦਰਾਕਸ਼ ਦੀ ਮਾਲਾ, ਸੇਲੀ ਟਾਈਪ। ਸੇਲੀ ਮਾਲਾ ਦਾ ਜ਼ਿਕਰ ਹੁੰਦਾ ਹੈ, ਇੱਕ ਪਾ ਲਈ ਸੂਤ ਦੀ ਮਾਲਾ। ਦੋਨਾਂ ਦੇ ਨਾਵਾਂ ਦਾ ਫਰਕ ਹੈ। ਇਸਲਾਮ ਦੇ ਵਿੱਚ ਮਾਲਾ ਨਹੀਂ ਕਹਿੰਦੇ, ਉਹਨਾਂ ਆਪਣੇ ਆਪਣੇ ਨਾਂ ਰੱਖੇ ਹਰ ਧਰਮ ਨੇ, ਭਾਵੇਂ ਹੈ ਸਿਮਰਨਾ ਹੀ ਹੈ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਲਿਖਿਆ, ਕਹਿੰਦੇ ਦੋਨੇ ਹੀ ਪਾ ਲਈਆਂ, ਮਾਲਾ ਵੀ ਪਾ ਲਈ ਹੈ ਤੇ ਇਸਲਾਮ ਵਾਲੀ ਜਪਨੀ ਵੀ ਪਾ ਲਈ ਹੈ। ਦੋਨੇ ਪਾ ਕੇ ਨਾ ਗੁਰੂ ਸਾਹਿਬ ਤੁਰ ਪਏ ਆ। ਵੇਖਣ ਸਾਰੇ ਹੁਣ ਚਰਨਾਂ ਵਿੱਚ ਮਰਦ ਨੇ ਚਮੜੇ ਦਾ ਜੋੜਾ, ਖੜਾਵਾਂ ਟਾਈਪ ਪਾਇਆ ਹੋਇਆ, ਛਿੱਤਰ ਜਿਹੇ ਹੁੰਦੇ ਜਿਹੜੇ ਪੁਰਾਣੇ ਸਮੇਂ ਦੇ ਲੋਕ ਜਾਣਦੇ ਛਿੱਤਰ ਕਿਹਨੂੰ ਕਹਿੰਦੇ ਆ। ਇੱਕ ਜੁੱਤੀ ਐਸੀ ਚਮੜੇ ਦੀ ਬਣੀ ਹੋਈ, ਉਹਨੂੰ ਛਿੱਤਰ ਕਿਹਾ ਜਾਂਦਾ ਸੀ। ਸਾਹਿਬਾਂ ਨੇ ਉਹ ਪਾ ਲਏ। ਹੁਣ ਜਦੋਂ ਤੁਰਦੇ ਆ ਰੇਤਾ ਚੁੱਕ ਚੁੱਕ ਸਿਰ ਤੱਕ ਮਾਰਦੀ ਧੌੜੀ ਦੀ ਜੁੱਤੀ। ਕਹਿੰਦੇ ਚੱਲ ਬਾਲਿਆ ਚੱਲੀਏ ਤੇ ਚੱਲ ਭਾਈ ਮਰਦਾਨਿਆ। ਬਾਬਾ ਕਿੱਧਰ? ਮਰਦ ਕਹਿੰਦੇ ਜਿੱਧਰ ਕਰਤਾ ਲੈ ਜੂ ਰੱਖ ਸਤਨਾਮ। ਪਰ ਭਾਈ ਮਰਦਾਨਾ ਵੇਖਦੇ ਆ ਵੀ ਬਾਬਾ ਜੀ ਨੇ ਜਿਹੜਾ ਲਿਬਾਸ ਪਾਇਆ ਨਾ, ਸੁੱਕੇ ਨਹੀਂ ਮੁੜਦੇ। ਅੱਜ ਜੋ ਕੁਛ ਪਾਇਆ ਸਾਨੂੰ ਜਹਾਜ਼ੇ ਚੜ੍ਹਨ ਦਊ ਕੋਈ? ਇਹ ਤੇ ਪਹਿਲੇ ਹੀ ਦੁਬਦਾ ਵਾਲਾ ਕੰਮ ਹੈ। ਪਰ ਇਹ ਚੋਜ ਹਨ ਮੇਰੇ ਸਾਹਿਬ ਜੀਆਂ ਦੇ। ਕਹਿੰਦੇ ਬੜੇ ਸਿੱਧੇ ਸਾਦੇ ਹੋ ਕੇ, ਨਿਰਛੱਲਦੇ ਹੋ ਕੇ ਉਸ ਪਾਸੇ ਚੱਲ ਪਏ। ਕੋਤਕ ਹਿਤ ਜਿਹ ਰੂਪ ਬਣਾਏ, ਹਿੰਦੂ ਤੁਰਕ ਨਾ ਜਾਤ ਲਖਾਏ। ਇਹ ਰੂਪ ਸਤਿਗੁਰਾਂ ਨੇ ਮੇਰੇ ਸਾਹਿਬਾਂ ਨੇ ਕੌਤਕ ਵਾਸਤੇ ਬਣਾਇਆ ਸੀ। ਕਿਹਦਾ? ਬਹਿਰੂਪੀਏ ਵਾਲਾ। ਬਹਿਰੂਪੀ ਆਪਾਂ ਕਿਹਨੂੰ ਕਹਿੰਦੇ? ਅੱਜ ਦੇ ਸਮੇਂ ਬੜੇ ਫੜੇ ਜਾਂਦੇ ਆ ਏਜੰਸੀਆਂ ਦੇ ਲੋਕ, ਥੱਲੇ ਵਾਲ ਕੱਟੇ ਹੁੰਦੇ ਸਿਰ ਦੇ, ਉੱਤੇ ਦਮਾਲਾ ਬੰਨਿਆ ਹੁੰਦਾ ਹੈ, ਕਸ਼ਹਿਰਾ ਵੀ ਨਹੀਂ ਕਈ ਵਾਰ ਪਾਇਆ ਹੁੰਦਾ, ਹੋਰ ਹੀ ਕੱਪੜੇ ਹੁੰਦੇ ਆ, ਉੱਪਰ ਦੀ ਨੀਲਾ ਚੋਲਾ, ਬਹੁਤ ਸੋਹਣੀ ਸ੍ਰੀ ਸਾਹਿਬ। ਉਹ ਬੰਦਾ ਲੱਖ ਧਰਮੀ ਲੱਗੀ ਜਾਏ ਪਰ ਉਹਦੇ ਲੱਛਣ ਦੱਸਦੇ ਆ ਵੀ ਇਹ ਧਰਮੀ ਹੈ ਹੀ ਨਹੀਂ, ਇਹ ਸਿੱਖੇ ਨਹੀਂ ਹੈ, ਪਤਾ ਲੱਗਦਾ ਸ਼ਰਿਆਮ। ਕਹਿੰਦੇ ਗੁਰੂ ਸਾਹਿਬ ਜੀ ਨੇ ਬਹਿਰੂਪੀਆਂ ਵਾਲਾ ਰੂਪ ਧਾਰਨ ਕਰ ਲਿਆ। ਜੇ ਕੋਈ ਹਿੰਦੂ ਦੀ ਭਾਵਨਾ ਨਾਲ ਵੇਖਦਾ ਕਹਿੰਦਾ ਜੀ ਰਾਮ ਰਾਮ ਜੀ। ਜੇ ਕੋਈ ਮੁਸਲਮਾਨ ਵੇਖਦਾ ਭਰਮ ਜਾਂਦਾ ਹੈ, ਕਹਿੰਦਾ ਅੱਲਾਹੂ ਅਕਬਰ, ਬਿਸਮਿਲ੍ਲਾ ਕਰਦਾ ਹੈ, ਵਾਲੇਕੁਮ ਸਲਾਮ, ਸਲਾਮ ਅਲੈਕੁਮ ਕਰਦਾ ਹੈ। ਗੁਰੂ ਨਾਨਕ ਸਾਹਿਬ ਮਰਦ ਹੱਥੀ ਖੜਾ ਕਰ ਦਿੰਦੇ ਜਿਹੜਾ ਹੁੰਦਾ ਹੈ। ਪਰ ਕਹਿੰਦੇ ਭਰਮ ਪਾ ਰਹੇ ਸੀ, ਨਾ ਮੁਸਲਮਾਨ ਲੱਗਣ ਨਾ ਹਿੰਦੂ ਲੱਗਣ, ਵਿੱਚ ਵਿਚਾਲੇ ਜੇ ਨਜ਼ਰ ਆਉਂਦੇ ਨੇ। ਮੁਲਤਾਨਾਦਿਕ ਜੇ ਪੁਰਿਓਰਾ, ਹਾਜੀ ਮਿਲੇ ਹੁਤੇ ਤੇ ਠੋਰਾ। ਸਖਰ ਭਖਰ ਦੀ ਇਸ ਬੰਦਰਗਾਹ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੁਝ ਹਾਜੀ ਮਿਲ ਗਏ, ਹੱਜ ਕਰਨ ਵਾਲੇ, ਨੀਲੇ ਨੀਲੇ ਕੱਪੜੇ ਪਾ, ਪੁੱਛੇ ਫਿਰਦੇ ਚੇਲੇ ਤਾਂ ਚਾਟੜੇ ਭੱਜੇ। ਇਹਦੇ ਹੁੰਦਾ ਹੀ ਹੈ ਜੀ, ਆਪਣੇ ਵਾਲੇ ਲਾਣੇ 'ਚ ਕਿੰਨੇ ਹੁੰਦੇ ਆ। ਹੁਣ ਜਿਸ ਵੇਲੇ ਉਹ ਕਾਜੀ ਆਏ, ਨਾਲ ਉਹਨਾਂ ਦੇ ਹਾਜੀ ਆਏ। ਹੁਣ ਕਾਜੀ ਜਿਹੜੇ ਜੱਜ ਹੁੰਦੇ ਆ, ਅੱਜ ਦੇ ਜੱਜ ਉਦੋਂ ਦੇ ਕਾਜੀ, ਉਹ ਵੀ ਨਾਲ ਨੇ। ਹਾਜੀ ਲੋਕ ਹੱਜ ਕਰਨ ਚੱਲੇ ਆ ਜੀ। ਪੀਰ ਕਹਿੰਦੇ ਜਿਨ੍ਹਾਂ ਨੂੰ, ਉਹਨਾਂ ਨੇ ਵੇਖਿਆ ਵੀ ਆ ਸਾਹਮਣੇ ਵਾਲੇ ਮੁਸਲਮਾਨ ਤਾਂ ਲੱਗਦੇ ਨਹੀਂ, ਰੜਕ ਪੈਂਦੀ ਅੰਦਰੋਂ। ਹੁਣ ਤੁਸੀਂ ਸੋਹਣੇ ਕੱਪੜੇ ਪਾਏ ਹੋ ਤੇ ਤੁਹਾਨੂੰ ਹੋ ਗਏ 20-25 ਸਾਲ ਧਰਮ ਨਾਲ ਜੁੜਿਆ, ਤੇ ਤੁਹਾਡੇ ਸਾਹਮਣੇ ਕੋਈ ਆ ਜੇ ਚੰਦ ਤੋੜੇ ਜੇ ਲਾ ਕੇ, ਖੰਡੇ ਲਾ ਕੇ, ਨਵਾਂ ਜਿਹਾ ਮੁੰਡਾ ਸਿੱਖ ਬਣਿਆ, ਤੁਸੀਂ ਕਹੋਗੇ ਯਾਰ ਇਹ ਬੰਦਾ ਇਹ ਕੱਲ ਦਾ ਭੂਤ ਨਾਲ ਸਿੱਖ ਬਣਿਆ, ਪਰਦਾ ਵੱਡਾ ਪ੍ਰਚਾਰਕ। ਹਉਮੈ ਆ ਨਾ ਅੰਦਰ, ਅਸੀਂ ਬੁੜੇ ਹੋ ਕੇ ਕਰਦੇ ਹਾਂ, ਅਸੀਂ ਪਤਾ ਨਹੀਂ ਕੀ ਚੀਜ਼ ਆ। ਅੱਜ ਸੱਚੀ ਸਾਡੀ ਕੌਮ ਈਰਖਾ 'ਚ ਸੜੀ ਹੋਈ ਹੈ, ਭਰੀ ਪਈ ਹੈ। ਮੈਂ ਕਹਿੰਦਾ ਜੀ ਸਿੱਖ ਨੂੰ ਸਿੱਖ ਵੇਖ ਕੇ ਰਾਜੀ ਨਹੀਂ, ਤੇ ਕਿਹੜੇ ਸਿੱਖ ਰਾਜ ਦੀਆਂ ਗੱਲਾਂ ਕਰਦੇ ਹਾਂ ਹੁਣ ਅਸੀਂ? ਹੈ ਕੋਈ ਸਾਡੇ 'ਚ? 4 ਭਾਈ ਦੀ 5 ਪਾਠੀ ਇਕੱਠੇ ਕਰਦੇ ਹੋ ਅਖੰਡ ਪਾਠ ਤੇ, ਜੇ ਮੱਧ ਵੇਲੇ ਅੱਧੇ ਭੱਜ ਜਾਂਦੇ ਆ ਸਤਿਨਾਮ। ਕਿਹੜਾ ਗੱਲਾਂ ਕਰਦਾ ਵੀ ਸਿੱਖ ਰਾਜ ਕਰਨਗੇ? ਸਿੱਖਾਂ 'ਚੋਂ ਸਿੱਖਾਂ ਵਾਲੀ ਗੱਲ ਹੀ ਨਹੀਂ ਰਹੀ ਹੁਣ, ਕੋਈ ਸਪਿਰਿਟ ਹੀ ਨਹੀਂ ਹੈ, ਪ੍ਰੇਮ ਹੀ ਨਹੀਂ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਆਪਣੇ ਸਤਿਗੁਰ ਤੇ ਭਰੋਸਾ ਨਹੀਂ। ਪਰ ਬਿਰਲੇ ਨੇ ਅੱਜ ਵੀ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਮਿਹਰ ਹੈ। ਗੁਰੂ ਬਾਬਾ ਜੀ ਨੂੰ ਕਹਿੰਦੇ ਉਹ ਹਾਜੀ ਅੱਖਾਂ ਕੱਢ ਕੱਢ ਵੇਖਣ ਵੀ ਨਵੇਂ ਜੇ ਜਿਹੜੇ ਆ। ਨਵਾਂ ਮੁਲਾਜ਼ਮ ਭਰਤੀ ਹੋ ਜੇ ਨਾ, ਪੁਰਾਣੇ ਪੈਰ ਨਹੀਂ ਲੱਗਣ ਦਿੰਦੇ ਵੀ ਇਹ ਕੱਲ ਆਏ ਆ ਜੀ, ਅਸੀਂ ਤੇ ਸੁਪਰਡੈਂਟ ਹੋਣ ਤੱਕ ਮਸਾਂ ਰਗੜੇ ਖਾ ਖਾ ਬਣੇ, ਇਹ ਕਿੱਥੋਂ ਆ ਗਏ? ਤੇ ਨਵਾਂ ਕੋਈ ਸਿੱਖ ਬਣ ਜੇ, ਅਸੀਂ ਉਹਦੇ ਪੈਰ ਨਹੀਂ ਲੱਗਣ ਦਿੰਦੇ ਵੀ ਇਹਨੂੰ ਕੀ ਪਤਾ ਹੈ, ਇਹ ਅੱਗੇ ਹੀ ਨਾ ਹੋ ਜੇ, ਸ਼ਾਹ ਨਾ ਜਾਏ। ਇਹ ਅੰਦਰ ਦੀ ਈਰਖਾ ਏ।
ਜਦੋਂ ਸਤਿਗੁਰਾਂ ਨੂੰ ਵੇਖਿਆ ਨਾ, ਹਾਜੀਆਂ ਨੂੰ ਪੈ ਗਈ ਚਿੰਤਾ ਵੀ ਸਾਡੇ ਵਾਲੇ ਜਹਾਜ਼ 'ਚ ਜਾਣਗੇ। ਇਹ ਹੈ ਕੀ ਨੇ? ਨਾ ਇਹ ਮੁਸਲਮਾਨ, ਨਾ ਇਹ ਹਿੰਦੂ, ਨਾ ਕਿਸੇ ਹੋਰ ਧਰਮ ਦੇ। ਵੇਖਿਓ ਕਿਤੇ ਕੋਈ ਨਵੇਂ ਤਾਂ ਨਹੀਂ ਉੱਠ ਪਏ, ਕਿਤੇ ਇਹਨਾਂ ਵੱਲ ਲੋਕ ਹੀ ਨਾ ਲੱਗ ਜਾਣ, ਆਕਰਸ਼ਣ ਨਾ ਹੋ ਜੇ ਲੋਕਾਂ ਦਾ ਇੱਧਰ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖੀ ਜਾਣ ਤੇ ਸਤਿਗੁਰ ਅੱਖ ਨਾ ਮਿਲਾਉਣ ਕਿਸੇ ਦਾ, ਜਾਣ ਬੁੱਝ ਕੇ। ਜੇ ਅੱਖ ਮਿਲਾਵਾਂਗੇ ਤੇ ਨੇੜੇ ਆਉਣਗੇ, ਨਹੀਂ ਮਿਲਾਵਾਂਗੇ ਘੁਸਰ ਘੁਸਰ ਕਰਦੇ ਫਿਰਨਗੇ। ਇਹ ਕੌਣ ਨੇ 3 ਜਣੇ, ਇਹ ਕਿੱਧਰ ਚੱਲੇ ਆ? ਪਰ ਇਸ ਬੰਦਰਗਾਹ ਤੇ ਆਉਂਦਾ ਉਹੀ ਸੀ ਜਿਹਨੇ ਮੱਕੇ ਨੂੰ ਜਾਣਾ। ਮੁਲਤਾਨ ਦੇ ਪੀਰ ਬਹਾਵਲਦੀਨ ਵਰਗੇ ਇਸੇ ਬੰਦਰਗਾਹ ਤੇ ਆ ਚੁੱਕੇ ਨੇ। ਮੱਕੇ ਜਾਨ ਜਿਨਹਿ ਅਬ ਲੱਖ, ਨਿਸਾ ਗੁਜ਼ਾਰਨ ਡੇਰੋ ਰਾਖਾ। ਰਾਤ ਕੱਟਣ ਵਾਸਤੇ ਸਾਰੇ ਬੰਦਰਗਾਹ ਦੇ ਆਸੇ-ਪਾਸੇ ਜਿੱਥੇ ਥਾਂ ਮਿਲੀ ਉੱਥੇ ਸੌਂ ਗਏ, ਕਿਉਂਕਿ ਸ਼ਿਪ ਦਾ ਜਹਾਜ਼ ਦਾ ਕੋਈ ਪਤਾ ਨਹੀਂ ਕਦੋਂ ਲੱਗੂਗਾ, ਕਦੋਂ ਚੱਲੂਗਾ। ਸਤਿਗੁਰਾਂ ਵੀ ਉੱਥੇ ਹੀ ਰਾਤ ਕੱਟੀ, ਜਿੱਥੇ ਥਾਂ ਮਿਲੀ ਉੱਥੇ ਪੈ ਗਏ। ਹੁਣ ਉਧਰ ਜਿਹੜੇ ਹਾਜੀ ਸੀ ਉਹਨਾਂ ਆਪਣੇ ਆਪਣੇ ਬੇਸ ਕੈਂਪ ਲਾਏ ਹੋਏ, ਚੇਲੇ ਚਾਟੜੇ ਨਾਲ ਨੇ, ਮਸੱਲੇ ਰੱਖੇ, ਅੱਲਾ ਨੂੰ ਮੰਨਦੇ ਆ। ਕਹਿੰਦੇ ਰਾਤ ਦੀ ਨਮਾਜ਼ ਪੜ੍ਹੀ, ਸੌਂ ਗਏ। ਉਹਨਾਂ ਵੇਖਿਆ ਵੀ ਆ ਜਿਹੜੇ 3 ਫਕੀਰ ਨੇ, ਕੋਈ ਲੈਣ ਦੇਣੇ ਨਹੀਂ ਇਹਨਾਂ ਦਾ ਨਿਤਨੇਮ ਨਮਾਜ਼ ਨਾਲ, ਪੜ੍ਹਦੇ ਹੀ ਕੁਛ ਨਹੀਂ। ਚੁੱਪ ਚਪੀਤੇ ਛਕਿਆ ਕੁਝ ਨਾ, ਬਸ ਜਿੱਥੇ ਥਾਂ ਮਿਲੀ ਸੌਂ ਗਏ। ਤੇ ਘਰਾੜੇ ਦੇ ਘਰਾੜੇ। ਤੇ ਉਹਨਾਂ ਹਾਜੀਆਂ ਨੂੰ ਗੁੱਸਾ ਚੜੇ, ਇੱਕ ਲੱਥੇ ਵੀ ਸਵੇਰ ਹੁੰਦਿਆਂ ਪੁੱਛਦੇ ਆ ਵੀ ਤੁਸੀਂ ਮੁਸਲਮਾਨ ਕਾਹਦੇ ਹੋਏ? ਨਮਾਜ਼ ਤੁਸੀਂ ਨਹੀਂ ਪੜ੍ਹੀ, ਤੁਹਾਨੂੰ ਕਲਮਾ ਪੜ੍ਹਨਾ ਨਹੀਂ ਆਉਂਦਾ। ਕਿਉਂਕਿ ਹਾਲਾਤਾਂ ਤੋਂ ਲੱਗਦਾ ਸੀ ਵੀ ਇਹਨਾਂ ਨੂੰ ਮੁਸਲਮਾਨਾਂ ਦੀ ਸ਼ੈਲੀ ਉਹ ਨਹੀਂ ਪਤਾ। ਹੁਣ ਆਪਾਂ ਵੇਖ ਕੇ ਦੱਸ ਦਿੰਦੇ ਆ ਨਾ ਵੀ ਇਹ ਬੰਦਾ ਸਿੱਖੀ ਦੀਆਂ ਰੀਸਾਂ ਕਰਦਾ, ਇਹਨੂੰ ਕੀ ਪਤਾ ਹੈ ਸੁੱਖ ਆਸਣ ਵੇਲੇ ਕਿਵੇਂ ਖੜਨਾ, ਅਰਦਾਸ ਵੇਲੇ ਕਿਵੇਂ ਖੜਨਾ, ਪਾਠ ਕਿਵੇਂ ਕਰਨਾ, ਬਾਣੀ ਕਿਵੇਂ ਪੜ੍ਹਨੀ। ਅੱਜ ਦੇ ਸਮੇਂ ਜਿਹਨੂੰ ਮਰਜ਼ੀ ਛੇੜੋ ਜੀ, ਸਾਰੀ ਖੰਡ ਪਾਠੀ ਆ। ਪਰ ਕਿਸੇ ਨੂੰ ਪੁੱਛੋ ਵੀ ਗੁਰਬਾਣੀ ਵਿੱਚ ਕਿੰਨੇ ਭਾਵ ਨੇ, ਕਿੰਨੀਆਂ ਵਾਰਾਂ ਨੇ, ਕਿਹੜੇ ਭੇਦ ਮਰਦ ਨੇ ਰੱਖੇ ਨੇ, ਪਾਠ ਵੇਲੇ ਕਿਹਨੂੰ ਕਿੱਦਾਂ ਬੋਲਣਾ ਹੈ। ਮੈਂ ਕਹਿੰਦਾ 1000 ਚੋਂ ਕੋਈ ਇੱਕ ਅੱਧਾ 10 ਜੇ ਤੇ ਬਹੁਤ ਵੱਡੀ ਗੱਲ ਹੈ। ਜਰਾਬਾਂ ਪਾਈਆਂ, ਮੂੰਹ ਬੰਨਿਆ, ਮੈਂ ਵੀ ਖੰਡ ਪਾਠ। ਇਸੇ ਕਰਕੇ ਬੇਅਦਬੀਆਂ ਹੁੰਦੀਆਂ। ਜਦੋਂ ਇਹੋ ਜਿਹੇ ਲੋਕ ਆ ਕੇ ਬਹਿਣ ਲੱਗ ਜਾਂਦੇ ਆ, ਸਤਿਕਾਰ ਨਹੀਂ ਰਹਿੰਦਾ, ਸ਼ਰਧਾ ਨਹੀਂ ਰਹਿੰਦੀ, ਤੇ ਫਿਰ ਸਿੱਖਣਾ ਵੀ ਕਿਹੜੇ ਨੇ? ਪੜ੍ਹੂ ਕੋਈ। ਹੁਣ ਇਸਲਾਮ ਦੇ ਵਿੱਚ ਬੜੀ ਵੱਡੀ ਕੱਟੜਤਾ ਹੈ। ਕੱਟੜਤਾ ਕਾਹਦੀ ਹੈ? ਉਹਨਾਂ ਦਾ ਇੱਕ ਪੋਜ਼ਿਟਿਵ ਪੁਆਇੰਟ ਹੈ ਵੀ ਜਦੋਂ ਤੱਕ ਉਹਨੂੰ ਮੁਸਲਮਾਨ ਹੀ ਨਹੀਂ ਮੰਨਦੇ, ਜਦੋਂ ਤੱਕ ਕੋਈ 5 ਨਮਾਜ਼ਾਂ ਨਹੀਂ ਪੜ੍ਹਦਾ, ਜਦੋਂ ਤੱਕ ਕੁਰਾਨ ਦੀ ਸੋਝ ਹੀ ਨਹੀਂ ਰੱਖਦਾ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਸ੍ਰਿਸ਼ਟੀ ਦੇ ਮਾਲਕ ਨੇ, ਖੇਡ ਵਰਤਾਈ। ਕਹਿੰਦੇ ਰਾਤ ਕੱਟੀ, ਅੰਮ੍ਰਿਤ ਵੇਲੇ ਜਾਗ ਪਏ। ਉਹਨਾਂ ਉਜੂ ਕੀਤਾ, ਮੂੰਹ ਧੋਤੇ, ਦਾਤਣ ਕੁਰਲੇ ਕੀਤੇ, ਇੱਧਰ ਸਾਹਿਬ ਤੇ ਚੋਜ ਵਰਤਾਉਂਦੇ ਆ। ਮਹਾਰਾਜ ਉਹਨਾਂ ਵਾਲੇ ਪਾਸੇ ਗਏ ਹੀ ਨਹੀਂ। ਉੱਠਣ ਸਾਰ ਚੌਂਕੜਾ ਲਾਇਆ, ਇਸ਼ਨਾਨ ਕਰਕੇ ਆਪਣੀ ਬੰਦਗੀ ਵਿੱਚ ਬੈਠ ਗਏ। ਮਿਲ ਬੈਸੇ ਥੇ ਜਿਹੇ ਸਥਾਨਾ, ਤਿਨ ਕੇ ਮਦ ਗਏ ਗੁਣ ਖਾਨਾ। ਹੁਣ ਜਦੋਂ ਸਵੇਰ ਵੇਲੇ ਉਹ ਸਾਰੇ ਇਕੱਠੇ ਬੈਠੇ ਆ, ਨਫ਼ਰਤ ਇੰਨੀ ਸੀ, ਈਰਖਾ ਇੰਨੀ ਸੀ ਵੀ ਆਹ ਜਿਹੜੇ ਨਵੇਂ ਜੇ ਤੁਰੇ ਫਿਰਦੇ ਇਹਨਾਂ ਨੂੰ ਕੋਲ ਨਹੀਂ ਬਿਠਾਉਣਾ। ਸਾੜਾ ਸੀ ਅੰਦਰ ਪੀਰਾਂ ਦੇ ਵੀ ਜੇ ਨਾ ਕੋਈ ਸਾਡੇ ਤੋਂ ਅੱਗੇ ਦੀ ਗੱਲ ਕਰਤੀ, ਸਾਡੇ ਵਾਲੇ ਸਾਰੇ ਇੱਧਰ ਮੱਥਾ ਟੇਕਣ ਲੱਗ ਜਾਣਗੇ। ਮਰਦ ਕਹਿੰਦੇ ਮਰਦਾਨਿਆ, ਉਹ ਭਾਈ ਸਾਡੇ ਕਣੀ ਪਿੱਠ ਕਰੀ ਬੈਠੇ, ਚਲੋ ਆਓ ਚੱਲੀਏ, ਵਿੱਚ ਵਿਚਾਲੇ ਬਹਿਨੇ। ਇਕੱਠੇ ਹੋਏ ਬੈਠੇ ਸਾਰੇ। ਗੁਰੂ ਬਾਬਾ ਜੀ ਨੇ ਕੀ ਕੀਤਾ? ਰੱਸੀਆਂ ਬੰਨੀਆਂ ਲੱਕ ਨਾਲ, ਬਾਹਾਂ ਨਾਲ, ਸਿਰ ਤੇ ਟੋਪੀ, ਗਲ ਵਿੱਚ ਸੇਲੀ, ਕਿਤੇ ਮਾਲਾ ਪਾਈ ਹੋਈ ਹੈ, ਕਿਤੇ ਪੈਰਾਂ 'ਚ ਜੋੜਾ ਪਾਇਆ, ਇੱਕ ਹੱਥ 'ਚ ਸੋਟਾ ਫੜਿਆ, ਕੱਛ 'ਚ ਕਿਤਾਬ ਰੱਖੀ ਹੈ। ਵੀ ਭੁਲੇਖੇ ਜੇ ਪਾਉਂਦੇ ਆ, ਨਾ ਮੁਸਲਮਾਨ ਤੇ ਨਾ ਹਿੰਦੂ। ਵਿੱਚ ਵਿਚਾਲੇ ਆ ਕੇ ਮਹਾਰਾਜ ਬੈਠ ਗਏ। ਹੁਣ ਵਿੱਚ ਬੈਠੇ ਆ ਕੇ ਧਿਆਨ ਸਭ ਦਾ ਪੈਂਦਾ ਵੀ ਇਹ ਕੌਣ ਨੇ, ਕਰਦੇ ਕੀ ਨੇ? ਇਹ ਉੱਥੇ ਬੈਠੇ ਸੀ, ਇੱਥੇ ਕਿਉਂ ਆਏ ਨੇ? ਤਬ ਹੈ ਮੁਸੱਲਾ ਮੈਂ ਸੋ ਬਿਸ਼ਾਵਾ, ਤੇ ਪਰ ਬੈਸੇ ਦੁੱਖ ਬਨ ਦਾਵਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲੇ ਹੀ ਭਾਈ ਵਾਲੇ ਨੂੰ ਸਮਝਾਇਆ। ਜਦੋਂ ਸਤਿਗੁਰ ਬੈਠਣ ਲੱਗੇ ਉਹਨੇ ਮਸੱਲਾ ਵਿਛਾਤਾ। ਜਿਵੇਂ ਅੱਜ ਕੱਲ੍ਹ ਕਈ ਬਾਬਿਆਂ ਦੇ ਚਮਚੇ ਨਹੀਂ ਹੁੰਦੇ ਵੀ ਜਦੋਂ ਬਾਬੇ ਨੇ ਗੱਡੀ 'ਚ ਬਹਿਣਾ ਜਾਂ ਮੰਤਰੀ ਨੇ ਬਹਿਣਾ, ਵਿੰਡੋ ਖੋਲ੍ਹਣਗੇ, ਪਹਿਲਾਂ ਫੇਰ ਲਾਉਣਗੇ ਵੀ ਇਹਦੇ ਹੱਥ ਟੁੱਟੇ ਆ। ਇਹ ਉੱਦਾਂ ਦੇ ਭੱਜਿਆ ਫਿਰਦਾ ਸਾਰਾ ਦਿਨ। ਬਹਿਣ ਵੇਲੇ ਜੁੱਤੀਆਂ ਥੱਲੇ ਹੱਥ। ਕਿੱਡਾ ਵੱਡਾ ਪਖੰਡ ਆ। ਉਹ ਇਹੋ ਜਿਹੇ ਪਖੰਡ ਕਰਨ ਵਾਲੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਕਦੀ ਇੱਜ਼ਤ ਕਰਨਗੇ? ਕਦੇ ਵੀ ਨਹੀਂ ਕਰਨਗੇ। ਮਾਫ ਕਰਿਓ, ਕੋਈ ਉਹਨਾਂ ਆਪਣਾ ਸੱਜਣੀ ਕੋਈ ਹੋਰ ਬਣਾਇਆ। ਗੁਰਸਿੱਖਾਂ ਦਾ ਸਤਿਕਾਰ ਕਰੋ, ਇੱਜ਼ਤ ਕਰੋ, ਮਾਣ ਸਨਮਾਨ ਕਰੋ। ਪਰ ਪਿਓ ਨੇ ਪਿਓ ਰਹਿਣਾ, ਬਾਪੂ ਨੇ ਬਾਪੂ ਰਹਿਣਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਨਾ, ਕਹਿੰਦੇ ਭਾਈ ਬਾਲਾ ਦੱਸਦੇ, ਕਹਿੰਦੇ ਮਹਾਰਾਜ ਅਸੀਂ ਪਖੰਡ ਜਾ ਕੀਤਾ, ਮੁਸੱਲਾ ਵਿਛਾਇਆ ਤੇ ਗੁਰੂ ਸਾਹਿਬ ਬਹਿ ਕੇ ਜਿਵੇਂ ਪੀਰ ਬਹਿੰਦੇ ਆ। ਹੁਣ ਤੁਹਾਨੂੰ ਪਤਾ ਕਿੱਦਾਂ ਬਹਿੰਦੇ ਆ ਜੀ, ਇੱਕ ਪੈਰ ਇੱਧਰ ਰੱਖ ਕੇ ਨਾ ਟੇਢਾ ਜਾ ਕਰਕੇ ਬਹਿ ਗਏ।
ਬਿਲਕੁਲ ਸਿੱਧੇ ਬੈਠੇ ਆ, ਅੱਖ ਨਹੀਂ ਮਿਲਾਉਂਦੇ ਕਿਸੇ ਨੂੰ। ਉਹਨਾਂ ਨੂੰ ਖਿੱਚ ਚੜੇ ਪੀਰਾਂ ਨੂੰ ਵੀ ਹੈ ਕੌਣ ਹੈ। ਜੇ ਸਾਡਾ ਵਸ ਚੱਲੇ ਨਾ ਸਿਰ ਕਲਮ ਕਰ ਦਈਏ। ਹਾਜਿਨ ਹਿਰਦੈ ਈਰਖਾ ਹੋਏ, ਸ਼੍ਰੀ ਗੁਰ ਸੋ ਬੋਲਤ ਪੇ ਸੋਏ। ਹੁਣ ਹਾਜੀਆਂ ਤੋਂ ਜਰਿਆ ਨਾ ਗਿਆ ਜੀ, ਕਹਿੰਦੇ ਇੰਨੀ ਈਰਖਾ ਸੜ ਗਏ, ਉਹਲੇ ਬਣ ਗਏ। ਸੱਚੀ ਅੱਜ ਵੀ ਨਾ ਕਿਸੇ ਮਰਜ਼ੀ ਧਰਮੀ ਨੂੰ ਜਾ ਕੇ ਪਰਖ ਲੋ, ਇਹ ਬੁਨਿਆਦ ਹੈ, ਸੱਚ ਹੈ ਗੌੜਾ। ਹਰ ਬੰਦਾ ਈਰਖਾ 'ਚ ਸੜਿਆ ਫਿਰਦਾ। ਜਿਹੜਾ ਈਰਖਾ 'ਚ ਸੜਿਆ ਕਿਸੇ ਦਾ ਭਲਾ ਕੀ ਕਰ ਸਕਦਾ? ਕਰ ਸਕਦਾ? ਬਿਲਕੁਲ ਨਹੀਂ ਕਰ ਸਕਦਾ। ਮਤ ਕੋਈ ਭੁਲੇਖਾ ਰੱਖੇ, ਭਾਵੇਂ ਮੈਂ ਵੀ ਹਾਂ, ਜੇ ਮੈਨੂੰ ਕੋਈ ਗ੍ਰੰਥੀ ਦੇਖ ਕੇ ਸਾੜਾ ਹੁੰਦਾ ਹੈ, ਕਿਸੇ ਕਥਾਵਾਚਕ ਨੂੰ, ਕਿਸੇ ਰਾਗੀ ਨੂੰ ਵੇਖ ਕੇ ਮੈਨੂੰ ਸਾੜਾ ਹੁੰਦਾ ਅੰਦਰੋਂ, ਮੈਂ ਇੱਜ਼ਤ ਨਹੀਂ ਉਹਨਾਂ ਦੀ ਕਰਦਾ। ਮਾਫ ਕਰਿਓ, ਕਾਹਦੀ ਸਿੱਖੀ ਹੈ ਮੇਰੀ, ਕੀ ਹੈ ਮੇਰੇ ਪੱਲੇ? ਹੋਣਾ ਇਹ ਚਾਹੀਦਾ ਹੈ ਸਿੱਖ ਨੂੰ ਸਿੱਖ ਵੇਖ ਕੇ ਪੌੜੀ ਲਾਵੇ, ਸਤਿਕਾਰ ਦਵੇ। ਗੁਰਮੁਖਾ ਤੂੰ ਵੀ ਆ, ਤੂੰ ਵੀ ਬੈਠ, ਤੂੰ ਇਹ ਕਰਿਆ ਕਰ, ਤੂੰ ਇਹ ਸਿੱਖਿਆ ਕਰ। ਉਹ 'ਚ ਕਿੱਡਾ ਵੱਡਾ ਪੜ। ਕਹਿੰਦੇ ਜੀ ਹਾਜੀਆਂ ਕਾਜੀਆਂ ਤੋਂ ਮਰਦ ਦੀ ਮਹਿਮਾ ਵੇਖੀ ਨਾ ਗਈ, ਸੜ ਗਏ। ਸੜ ਕੇ ਆਵਾਜ਼ ਮਾਰੀ, ਓਏ ਕੌਣ ਹੈ ਕਾਫਰਾ ਤੂੰ? ਕਾਫਰ ਸ਼ਬਦ ਵਰਤਿਆ। ਕਾਫਰ ਕਿਹਨੂੰ ਕਹਿੰਦੇ ਆ? ਹਿੰਦੂ ਮੁਸਲਮਾਨ, ਮੁਸਲਮਾਨ ਹਿੰਦੂਆਂ। ਪਾਪੀ ਨੂੰ ਕਹਿ ਦਿੰਦੇ ਆ ਵੀ ਅੱਲਾ ਦਾ ਮਾਰਿਆ ਬੰਦਾ, ਉਹਨੂੰ ਕਾਫਰ ਕਿਹਾ ਜਾਂਦਾ ਅਰਬੀ 'ਚ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਰਥਾਏ ਉਹਨਾਂ ਤੋਂ ਬੋਲ ਹੋ ਗਿਆ, ਕਿਉਂਕਿ ਜਿਹੜਾ ਵਿਸ ਅੰਦਰ ਘੋਲਦੇ ਸੀ ਜ਼ੁਬਾਨ ਤੇ ਆਉਣਾ ਸੀ। ਹੁਣ ਮਹਾਰਾਜ ਬੈਠੇ ਉੱਦਾਂ ਹੀ ਨੇ ਜਿਵੇਂ ਉਹ ਬੈਠੇ, ਉਹਨਾਂ ਦੀ ਕਾਪੀ ਖਿੱਚ ਗਏ ਉਹ ਵੀ। ਇਹਨਾਂ ਨੂੰ ਤੇ 5 ਨਮਾਜ਼ਾਂ ਦਾ ਨਹੀਂ ਪਤਾ ਹੋਣਾ ਜਿਹੜੇ ਇੱਥੇ ਹਾਜੀ ਬੜੇ ਬੈਠੇ ਆ। ਕਿਹੋ ਜਿਹਾ ਲਿਬਾਸ ਪਾਇਆ ਏ, ਕੌਣ ਦੇਸ਼ ਤੇ ਤੁਮ ਚਲਿਆ ਏ, ਕੌਣ ਨਾਮ ਅਬ ਕਹਾਂ ਸਿਧਾਏ। ਉੱਚੀ ਆਵਾਜ਼ 'ਚ ਹਾਜੀ ਬੋਲਿਆ, ਮੁਲਤਾਨ ਦਾ ਬਹਾਵਲਦੀਨ। ਓਏ ਕੌਣ ਹੋ ਤੁਸੀਂ? ਕਿਹੜੇ ਦੇਸ਼ ਤੋਂ ਆਏ ਹੋ? ਕਿੱਥੇ ਜਾਣਾ ਹੈ? ਆ ਕਿਹੜਾ ਭੇਸ ਪਾਇਆ? ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪੀਰ ਆ, ਕਿਉਂਕਿ ਪੀਰਾਂ ਦਾ ਇਸਲਾਮ ਵਿੱਚ ਅੱਜ ਵੀ ਸਤਿਕਾਰ ਹੈ। ਅਸੀਂ ਪੀਰ ਕਿਹਨੂੰ ਮੰਨਦੇ ਆ? ਜਿਹੜੀਆਂ ਕਬਰਾਂ ਜਿਹੀਆਂ ਬਣਾ ਕੇ ਹਰਾ ਰੰਗ ਕਰਿਆ, ਪੀਰ ਨਹੀਂ। ਪੀਰ ਇੱਕ ਰੁਤਬਾ ਏ, ਜਿਵੇਂ ਆਪਣੇ ਪੰਥ ਵਿੱਚ ਜਥੇਦਾਰ ਦਾ ਰੁਤਬਾ ਨਾ ਜੀ, ਸਤਿਕਾਰ ਹੁੰਦਾ। ਕਿਸੇ ਤਖਤ ਦਾ ਹੋਵੇ, ਚੁੱਲ ਆਇਆ ਜਿਹਨੇ ਮਰਜ਼ੀ ਹੋਵੇ, ਅਲੱਗ ਗੱਲ, ਪੰਥਕ ਗੱਲ ਕਰੀਏ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਜੇ ਪੀਰ ਕਹਿ ਦੇ ਨਾ ਵੀ ਇਸ ਬੰਦੇ ਨੂੰ ਛੱਡ ਦਿਓ, ਸਿਰ ਨਹੀਂ ਵੱਢਣਾ, ਮਜ਼ਾਲ ਹੈ ਕਿਸੇ ਰਾਜੇ ਮਹਾਰਾਜੇ, ਕਿਸੇ ਮੀਰ ਦੀ ਉਹ ਪੀਰ ਦਾ ਵਚਨ ਮੋੜ ਦੇ। ਪੀਰਾਂ ਵਿੱਚੋਂ ਪੀਰ ਸਨ ਪੀਰ ਭੀਖਮ ਸ਼ਾਹ, ਪੀਰਾਂ ਵਿੱਚੋਂ ਪੀਰ ਸਨ। ਮਤਲਬ ਰਾਜੇ ਮਹਾਰਾਜਿਆਂ ਤੋਂ ਵੱਡਾ ਰੁਤਬਾ ਸੀ ਉਹਨਾਂ ਦਾ। ਪੀਰਾਂ ਚੋਂ ਪੀਰ ਸਨ ਸਾਈਂ ਮੀਆਂ ਮੀਰ ਜੀ। ਜੇ ਇੱਕ ਵਚਨ ਕਹਿ ਦਿੰਦੇ ਆ, ਰੱਬ ਵੀ ਨਹੀਂ ਮੋੜਦਾ, ਕੋਈ ਰਾਜਾ ਮਹਾਰਾਜਾ ਵੀ ਨਹੀਂ ਮੋੜਦਾ। ਹੁਣ ਇਹ ਪੀਰ ਲੋਕ ਨੇ, ਫਤਵੇ ਇਹਨਾਂ ਨੇ ਬਣਾਏ ਆ, ਸਭ ਕੁਛ ਇਹਨਾਂ ਦਾ ਬਣਾਇਆ। ਕਾਜੀ ਤੇ ਸਿਰਫ ਫਤਵਾ ਲਾਉਂਦਾ ਹੀ ਹੈ। ਤੇ ਜਿਵੇਂ ਹੁਣ ਆਪਣੇ ਮੰਨ ਲਓ ਕਿਸੇ ਨੂੰ ਸਜ਼ਾ ਆਏ ਸੁਪਰੀਮ ਕੋਰਟ ਤੋਂ, ਤੇ ਰਾਸ਼ਟਰਪਤੀ ਦੇ ਹੱਥ 'ਚ ਉਹ ਰੱਦ ਕਰ ਸਕਦਾ ਹੈ। ਇਸਲਾਮ ਦੇ ਵਿੱਚ ਕਿਸੇ ਨੂੰ ਸਜ਼ਾ ਏ ਜਾਫਤਾ ਏ, ਸਜ਼ਾ ਏ ਮੌਤ ਹੈ। ਇੱਕ ਵੱਡੇ ਰੁਤਬੇ ਵਾਲੇ ਪੀਰ ਦੇ ਕੋਲ ਅਥਾਰਟੀ ਹੁੰਦੀ ਹੈ, ਚਾਹੇ ਜਾਨ ਬਖਸ਼ ਲਵੇ, ਚਾਹੇ ਬਖਸ਼ੇ ਨੂੰ ਗੱਡੀ ਚੜ੍ਹ ਦੇ। ਮਤਲਬ ਏਡਾ ਵੱਡਾ ਰੁਤਬਾ ਹੈ। ਹੁਣ ਉਹ ਪੀਰ ਹੀ ਬੋਲ ਪਿਆ ਜੀ, ਫਿਰ ਬਾਕੀਆਂ ਕੀ ਬੋਲਣਾ? ਕਿਉਂ ਬੋਲਿਆ? ਸੜ ਪੜ ਗਿਆ ਅੰਦਰ, ਕੱਪੜੇ ਵੇਖ ਵੇਖ ਅੰਦਰ ਸਾੜਾ ਪੈ ਗਿਆ ਵੀ ਜੇ ਇਹ ਬੰਦੇ ਸਾਡੇ ਨਾਲ ਗਏ ਸਾਡੀ ਯਾਤਰਾ ਨਹੀਂ ਲੱਗਣੀ। ਇਹ ਸਾਡੇ ਤੇ ਵੀ ਬਹੁਤ ਹੈ। ਜੇ ਫਲਾਣਾ ਜਾਊਗਾ ਅਸੀਂ ਨਹੀਂ ਜਾਂਦੇ, ਉਹ ਜਾਊ ਮੈਂ ਨਹੀਂ ਜਾਣਾ। ਵੀ ਜਿਹੜੇ ਆ ਮੈਂ ਤੂੰ ਵਾਲੇ ਆ ਨਾ, ਇਹਨਾਂ ਉੱਥੇ ਜਾ ਕੇ ਵੀ ਸਵਾਈ ਡਾਉਣੀ ਨਾ ਹੀ ਲੈ ਕੇ ਜਾਓ, ਇਹੋ ਜਿਹਾ ਇਕੱਲੇ ਹੀ ਚੱਲ ਜਾਓ ਚੰਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਹਨੇ ਸਵਾਲ ਕੀਤਾ ਬੜੀ ਕੱਟੜਤਾ ਦੇ ਨਾਲ, ਬੜੀ ਬੇਵਕੂਫੀ ਨਾਲ ਹੰਕਾਰਿਆ ਹੋਇਆ। ਕਹਿੰਦਾ ਕੌਣ ਆ ਤੁਸੀਂ? ਆ ਕਿਹੜਾ ਧਰਮ ਬਣਾਇਆ ਤੁਸੀਂ? ਕਿਹੋ ਜਿਹੇ ਕੱਪੜੇ ਪਾਏ ਨੇ? ਆਪਣੇ ਬਾਰੇ ਦੱਸੋ। ਮੁਸਲਮਾਨ ਕੈ ਹਿੰਦੂ ਅਹੀ, ਬਿਨਾ ਕਹੇ ਤੇ ਜਾਏ ਨ ਲਹੀ। ਮਹਾਰਾਜ ਨੂੰ ਕਹਿੰਦਾ ਮੈਨੂੰ ਇਹ ਨਹੀਂ ਪਤਾ ਲੱਗਦਾ ਤੁਸੀਂ ਮੁਸਲਮਾਨ ਹੋ ਜਾਂ ਤੁਸੀਂ ਹਿੰਦੂ ਹੋ। ਦੱਸੋ ਜ਼ਬਾਨ ਤੋਂ ਬੋਲ ਕੇ ਵੀ ਜੇ ਤੇ ਮੁਸਲਮਾਨ ਹੋਣਗੇ ਸੁਨਨਤ ਕੀਤੀ ਹੋਊਗੀ, ਪਰ ਜੇ ਮੁਸਲਮਾਨ ਨੇ ਏਡਾ ਟਿੱਕਾ ਲਾਇਆ, ਗਲ 'ਚ ਜਨੇਊ ਪਾਇਆ, ਇਹ ਤੇ ਨਫ਼ਰਤ ਹੋਈ ਪਈ ਹੈ। ਸੱਚੀ ਗੱਲ ਹੈ। ਸਿੱਖ ਧਰਮ ਐਡਾ ਮਹਾਨ ਆ, ਇੰਨਾ ਮਹਾਨ ਹੈ, ਸਾਡੇ ਵਰਗੇ ਲੋਕਾਂ ਨੂੰ ਛੱਡ ਕੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਅੱਜ ਵੀ ਕਹਿੰਦੇ ਨੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਡਾ। ਕਦੇ ਕਿਸੇ ਨੇ ਕਿਹਾ ਇੱਥੇ ਗੋਰਾ ਮੱਥਾ ਨਹੀਂ ਟੇਕ ਸਕਦਾ, ਇਹ ਕ੍ਰਿਸਚਨ ਹੈ। ਇੱਥੇ ਫਲਾਣੇ ਪਖੰਡੀ ਦਾ ਚੇਲਾ ਮੱਥਾ ਨਹੀਂ ਟੇਕ ਸਕਦਾ। ਇੱਥੇ ਇਕੱਲੇ ਸਿੱਖ ਆਉਣਗੇ, ਹਿੰਦੂ ਨਹੀਂ ਆਉਣਗੇ, ਮੁਸਲਮਾਨ ਨਹੀਂ ਆਉਣਗੇ। ਸਾਰੀਆਂ ਗੱਲਾਂ ਛੱਡ ਦਿਓ,
ਗੁਰਬਾਣੀ ਪੜਨ ਤੋਂ ਵੀ ਕਦੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਵੀ ਗੁਟਕਾ ਸਾਹਿਬ ਮੁਸਲਮਾਨ ਦੇ ਘਰ ਨਹੀਂ ਹੋਣਾ ਚਾਹੀਦਾ, ਹਿੰਦੂ ਦੇ ਨਹੀਂ ਹੋਣਾ ਚਾਹੀਦਾ, ਫਲਾਣੇ ਦੇ ਨਹੀਂ ਹੋਣਾ ਚਾਹੀਦਾ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ। ਸਾਹਿਬ ਕਹਿੰਦੇ ਰੱਬ ਦੇ ਗੀਤ ਗਾਣੇ, ਪਰਮਾਤਮਾ ਦੇ ਗੀਤ ਗਾਉਣੇ ਆ, ਕੋਈ ਰੌਲਾ ਨਹੀਂ ਜਾਤਾਂ ਦਾ। ਪਰ ਇਹ ਮਰਦ ਨੂੰ ਪੁੱਛਦੇ ਆ, ਕਹਿੰਦੇ ਤੂੰ ਆਪਣੀ ਜ਼ੁਬਾਨੋਂ ਦੱਸ ਮੁਸਲਮਾਨ ਹੈ ਜਾਂ ਹਿੰਦੂ ਹੈ? ਕਿਉਂਕਿ ਇਸ ਵਕਤ ਗੁਰੂ ਨਾਨਕ ਪਾਤਸ਼ਾਹ ਦਾ ਦਾੜਾ ਸ਼ਾਹ ਕਾੜਾ ਹੈ। ਘੱਟ ਤੋਂ ਘੱਟ 44-45 ਸਾਲ ਦੇ ਨੇੜੇ ਉਹਨਾਂ ਦੀ ਆਰਜੂ ਹੋਏਗੀ। ਬਜ਼ੁਰਗ ਨਹੀਂ ਹਨ। ਜ਼ਿਆਦਾਤਰ ਅਸੀਂ ਤਸਵੀਰਾਂ ਸਤਿਗੁਰਾਂ ਦੀਆਂ ਚਿੱਟੇ ਦਾੜੇ ਵਾਲੀਆਂ ਕਾਲਪਨਿਕ ਵੇਖਦੇ ਹਾਂ, ਕਦੇ ਜ਼ਬਾਨੀ ਵਾਲੀ ਬਣਾਈ ਕਿਸੇ ਨੇ? ਵਿਖਾਉਣਾ ਹੀ ਨਹੀਂ ਚਾਹੁੰਦੇ। ਇਹ ਵੀ ਮਾਈਂਡ ਸੈੱਟ ਕੀਤਾ ਗਿਆ ਸਾਡੇ ਸਿੱਖਾਂ ਦਾ, ਹਮੇਸ਼ਾ ਚਿੱਟੇ ਦਾੜੇ ਵਾਲੀ ਫੋਟੋ। ਵੀ 72 ਸਾਲਾਂ ਦੀ ਉਮਰ ਹੈ, ਬੁਢਾਪੇ ਤੋਂ ਪਹਿਲਾਂ ਕੀ ਗੁਰੂ ਨਾਨਕ ਸਾਹਿਬ ਮਰਦ ਜਵਾਨ ਨਹੀਂ ਸੀ? ਬਚਪਨ ਵਿੱਚ ਨਹੀਂ ਸਨ ਉਹ? ਕਿੱਡੀ ਲੰਬੀ ਜਵਾਨੀ ਦੀ ਉਮਰ ਉਹਨਾਂ ਦੀ ਹੈ। ਵਿਖਾਉਂਦਾ ਕੋਈ ਅੱਜ? ਬਣਾਉਂਦਾ ਕੋਈ? ਨਹੀਂ। ਸਾਜ਼ਿਸ਼ਾਂ ਦੇ ਤਹਿਤ ਸਭ ਕੁਝ ਕੀਤਾ ਗਿਆ। ਬਸ ਬਾਬਾ ਵਿਖਾ ਕੇ, ਸੰਤਰੇ ਕੇਲੇ ਰੱਖ ਕੇ ਮੱਥੇ ਟਿਕਾਏ ਵੀ ਜੀ ਇਹਨੂੰ ਟੇਕਣਗੇ ਤੇ ਤਾਂ ਸਾਡਾ ਕੁਝ ਬਣੂਗਾ। ਕਦੇ ਕਿਸੇ ਨੇ ਵਿਖਾਈ ਹੈ ਵੀ 18.5 ਸਾਲ ਕਰਤਾਰਪੁਰ ਦੀ ਧਰਤੀ ਤੇ ਖੇਤੀ ਕੀਤੀ ਮਰਦ ਨੇ, ਕਿਵੇਂ ਹਲ ਵਾਹੁੰਦੇ ਸੀ? ਅੱਜ ਤੋਂ 20 ਸਾਲ ਪਹਿਲਾਂ ਤਸਵੀਰ ਮਿਲਦੀ ਸੀ, ਅੱਜ ਬਾਜ਼ਾਰ ਚੋਂ ਗਾਇਬ ਹੈ। ਮੋਢੇ ਤੇ ਹਲ ਰੱਖਿਆ ਗੁਰੂ ਨਾਨਕ ਪਾਤਸ਼ਾਹ ਨੇ। ਕਿਉਂ? ਸਾਜ਼ਿਸ਼ਾਂ ਸੀ। ਜੇ ਏਦਾਂ ਵੇਖਣਗੇ ਲੋਕੀ, ਸਾਨੂੰ ਕਹਿਣਗੇ ਓਏ ਤੁਹਾਡੇ ਤੇ ਕੱਪੜਿਆਂ ਨੂੰ ਕਦੇ ਦਾਗ ਨਹੀਂ ਲੱਗਾ, ਕਦੇ ਪਸੀਨਾ ਨਹੀਂ ਆਇਆ। ਗੁਰੂ ਬਾਬਾ ਤੇ ਮਿਹਨਤ ਕਰਦੇ ਸੀ, ਕਿਰਤ ਕਰਦੇ ਸੀ। ਨਾ ਨਾ, ਉਹ ਕਨਸੈਪਟ ਖਤਮ ਕਰੋ। ਸਿਰਫ ਪੂਜਾ ਪੂਜਾ ਪੂਜਾ, ਬਾਕੀ ਧਰਮਾਂ ਵੱਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਵੇਖ ਕੇ ਨਾ ਮੁਸਕਰਾ ਪਏ ਉਹਨਾਂ ਨੂੰ। ਹੁਣ ਕੋਈ ਤੁਹਾਨੂੰ ਸਵਾਲ ਕਰੇ ਤੇ ਤੁਸੀਂ ਹੱਸੋ, ਅਗਲਾ ਆਪਣੀ ਹੇਠੀ ਸਮਝਦਾ ਵੀ ਨਾ ਮੈਨੂੰ ਟਿੱਚ ਜਾਣੇ ਹੈ। ਮਰਦ ਨੇ ਕੋਈ ਜਵਾਬ ਦਿੱਤਾ ਨਾ। ਹਾਜੀ ਵੇਖ ਤਿਲਕ ਹੈ ਮਾਥੇ, ਜਾਂ ਤੇ ਬੂਝਤ ਹੈ ਤੁਝ ਸਾਥੇ। ਸਤਿਗੁਰਾਂ ਜਵਾਬ ਕਿਉਂ ਨਹੀਂ ਦਿੱਤਾ? ਭਾਈ ਆਪ ਬੁੱਝ ਲਾ, ਤੂੰ ਐਡਾ ਵੱਡਾ ਪੀਰ ਆ, ਹਾਜੀ ਹੈ, ਪਰ ਕੱਖ ਨਹੀਂ ਪਤਾ। ਫੇਰ ਗੁੱਸੇ 'ਚ ਬੋਲਿਆ, ਕਹਿੰਦਾ ਗਲ 'ਚ ਪਾਇਆ ਜਨੇਊ, ਇੱਕ ਪਾਈ ਤਸਬੀਹ, ਇੱਕ ਪਾਈ ਮਾਲਾ। ਰੁਦਰਾਕਸ਼ ਦੀ ਤਸਬੀਹ ਹੁੰਦੀ ਉਹਨਾਂ ਦੀ, ਉਹ ਇਸਲਾਮ ਦੀ ਹੈ। ਮਾਲਾ ਰੁਦਰਾਕਸ਼ ਦੀ ਸਨਾਤਨ ਦੀ ਹੈ। ਸਿਰ ਤੇ ਸੇਡੀ ਟੋਪੀ ਪਾਈ, ਵਰਦਮ ਮੱਥੇ ਤੇ ਤਿਲਕ ਲਾਇਆ। ਉਹ ਮੈਨੂੰ ਤੇਰਾ ਇਹ ਪਤਾ ਹੀ ਨਹੀਂ ਲੱਗਦਾ ਬਹਿਰੂਪੀਆ, ਤੂੰ ਹੈ ਕੀ ਹੈ? ਇਹ ਸ਼ਬਦ ਵਰਤੇ ਉਹਨੇ। ਮੁਸਲਮਾਨ ਹੈ ਜਾਂ ਹਿੰਦੂ ਹੈ, ਤੂੰ ਤੇ ਕਾਲਾ ਮਾਲਾ ਕਰੀ ਫਿਰਦਾ, ਖੋਸਾ ਦਾ ਨਾਮ। ਉਹ ਕੱਟੜ ਸੀ, ਪੈ ਗਿਆ। ਮੈਨੂੰ ਦੱਸ ਤੂੰ ਹਾਜੀ ਹੈ? ਹਾਜੀਆਂ ਵਾਲਾ ਤੇ ਤੇਰਾ ਲਿਬਾਸ ਹੀ ਨਹੀਂ। ਮਹਾਰਾਜ ਨੇ ਫਿਰ ਕੋਈ ਜਵਾਬ ਨਾ ਦਿੱਤਾ। ਇਹ ਘਟਨਾ ਕਿੱਥੋਂ ਦੀ ਹੈ? ਪੱਖਰ ਦੀ ਬੰਦਰਗਾਹ, ਜਿੱਥੇ ਮੁਲਤਾਨ ਦੇ ਪੀਰ ਨੇ। ਪਰ ਇੱਥੇ ਬਹੁਤ ਵੱਡਾ ਪ੍ਰਸੰਗ ਨਹੀਂ ਆਇਆ। ਇਹ ਉਹ ਪੀਰ ਨੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਸਵਾਲ ਕੀਤੇ, ਦੁੱਧ ਮੰਗਾ ਲਿਆ ਵੀ ਦੱਸੋ ਤੁਸੀਂ ਵੱਖਰੇ ਕਿਵੇਂ ਹੋ? ਗੁਰੂ ਸਾਹਿਬ ਨੇ ਕਲੀ ਦੇ ਫੁੱਲ ਰੱਖਦੇ। ਕਹਿੰਦੇ ਜਿਵੇਂ ਕਲੀ ਦਾ ਫੁੱਲ ਚਿੱਟਾ ਹੋ ਕੇ ਵੀ ਦੁੱਧ ਦੇ ਉੱਤੇ ਤੈਰਦਾ ਨਾ, ਅਸੀਂ ਲੱਗ ਗਈਆਂ ਦੋਨਾਂ ਤੋਂ। ਇੱਥੇ ਫਿਰ ਇਸ ਪੀਰ ਦੇ ਤਾਈ ਜੋ ਮਰਦ ਨੇ ਸ਼ਬਦ ਉਚਾਰਨ ਕੀਤੇ, ਆਪੋ ਸਾਰੇ ਛੱਡ ਕੇ ਚੱਲਾਂਗੇ। ਕਿਉਂਕਿ ਤਕਰੀਬਨ ਜੇ ਉਹਨਾਂ ਦੇ ਆਪਾਂ ਵਿਚਾਰ ਕਰਨ ਲੱਗ ਗਏ, ਇੱਕ ਪ੍ਰਸੰਗ ਤੇ ਇੱਕ ਹਫ਼ਤਾ ਪੱਕਾ ਹੈ। ਇਸ ਕਰਕੇ ਆਪਾਂ ਇਹਨੂੰ ਜਿੰਨਾ ਸ਼ਾਰਟ ਹੋਵੇ, ਜਿੰਨਾ ਸੰਖੇਪ ਹੋਵੇ, ਉਹਨਾਂ ਛੱਡ ਕੇ ਚੱਲਾਂਗੇ। ਕਿਉਂਕਿ ਇਹ ਫਿਰ ਵਿਚਾਰਧਾਰਾ ਬਹੁਤ ਵੱਡੀ ਹੈ। ਇੱਥੋਂ ਮਰਦ ਨੇ ਹੁਣ ਮੱਕੇ ਨੂੰ ਜਾਣਾ ਹੈ। ਜੋ ਕੁਝ ਵਰਤੇਗਾ, ਜੋ ਕੁਝ ਆਏਗਾ, ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।